ਫਿਰ ਮੈਨੂੰ ਹੁੰਦਾ ਸੀ ਵੀ ਆ ਮੈਂ ਹੀਰ ਜਿਹੜੀ ਮੈਨੂੰ ਬੜੀ ਵਧੀਆ ਲੱਗਦੀ ਸੀ ਹਜੂਰਾ ਸਿੰਘ ਦੀ ਲਿਖੀ। ਹਜੂਰਾ ਸਿੰਘ ਦਾ ਪਿੰਡ ਵੀ ਸਾਡੇ ਨੇੜੇ ਹੀ ਆ ਬਟਾਰੀ ਜੀ। ਤੇ ਮੈਂ ਪਤਾ ਕਰਿਆ ਵੀ ਇਹ ਖਰੀਦ ਕੇ ਲੈ ਕੇ ਆਈਏ। ਚੌਂਦਾ ਪਿੰਡ ਆ ਸਾਡੇ ਵੀ ਇੱਥੇ ਕੋਈ ਪੱਪੀ ਨਾਂ ਦਾ ਮੁੰਡਾ ਸੀ, ਉਹਨੇ ਹਜੂਰਾ ਸਿੰਘ ਦੀ ਹੀਰ ਤੇ PhD ਕੀਤੀ ਆ। ਆਮ ਸਾਡੇ ਇਲਾਕੇ 'ਚ ਇਹ ਗੱਲ ਸੀ ਕਿ ਜਦੋਂ ਬਜ਼ੁਰਗ ਕੋਈ ਮਰਨ ਕਿਨਾਰੇ ਪਿਆ ਹੁੰਦਾ ਸੀ ਨਾ, ਉਹਨਾਂ ਦੇ ਘਰਦਿਆਂ ਨੇ ਪੁੱਛਣਾ। ਤੁਸੀਂ ਕਲਪਨਾ ਚਾਵਲਾ ਨੂੰ ਲੈ ਕੇ ਵੀ ਕਿਤਾਬ ਲਿਖੀ ਆ, ਉਹਨਾਂ ਦੇ ਜੀਵਨ ਦੇ ਉੱਪਰ ਕਿਤਾਬ ਲਿਖੀ। ਉਹ ਚੰਨਣ ਸਿੰਘ ਦਾ ਮੁੰਡਾ ਲੈ ਗਿਆ ਕਾਪੀ, ਫਿਰ ਉਹਦੇ ਮੁੰਡੇ ਤੋਂ ਦੇਵ ਤਰੀਕਿਆਂ ਵਾਲਿਆਂ ਕੋਲੇ ਪਹੁੰਚ ਗਈਆਂ ਗੱਲੀਆਂ। ਉਹ ਸਤਿੰਦਰ ਸਰਤਾਜ, ਬੱਬੂ ਮਾਨ ਦੇ ਨਾਲ ਤੁਸੀਂ ਪੜ੍ਹੇ ਹੋ, ਕੁਛ ਤੁਹਾਡੀਆਂ ਯਾਦਾਂ ਹੋਣ ਅਜਿਹੀਆਂ ਜਿਨ੍ਹਾਂ ਨੂੰ ਤੁਸੀਂ ਯਾਦ ਕਰਦੇ ਹੋਵੋ? ਅਸੀਂ ਜੱਗਾ ਜਗਜੀਤ ਜੱਗਾ, ਮਤਲਬ ਉਹ ਹਰ ਯੂਨੀਵਰਸਿਟੀ ਦੇ ਜਿੰਨੇ ਪ੍ਰੋਗਰਾਮ ਹੁੰਦੇ ਸੀ ਉੱਥੇ ਪਾਰਟੀਸਪੇਟ ਕਰਦੇ ਸੀ ਜੀ। ਬੱਬੂ ਤਾਂ ਨਹੀਂ ਮੈਂ ਕਦੇ ਨਾ ਪਾਰਟੀਸਪੇਟ ਨਹੀਂ ਕੀਤਾ, ਦੇਖਿਆ ਨਹੀਂ ਮੈਂ। ਆਕਾਸ਼ਵਾਣੀ ਚੰਡੀਗੜ੍ਹ। ਕੁਛ ਨਸਮ ਵਿੱਚ ਇੱਕ ਉਸਤਾਦ। ਫੁੱਲਾਂ 'ਚੋਂ ਫੁੱਲ 'ਚ ਗੇਂਦੀਏ ਨੀ, ਤੈਨੂੰ ਫੁੱਲ 'ਚ ਗੇਂਦੀ ਨੂੰ ਚੋਰ ਪੈ ਗਏ। ਇੱਥੇ ਆਈ ਸੈਂ ਕੰਮ ਤੂੰ ਹੋਰ ਕਰਨੇ, ਕੰਮ ਕਰਨੇ ਹੋਰ ਦੇ ਹੋਰ ਪੈ ਗਏ। ਇੱਥੇ ਆਈ ਸੈਂ ਕੰਮ ਤੂੰ ਹੋਰ ਕਰਨੇ, ਕੰਮ ਕਰਨੇ ਹੋਰ ਕੋਈ ਹੋਰ ਦੇ ਹੋਰ ਪੈ ਗਏ। ਕਿ ਵਾਰਿਸ ਸ਼ਾਹ ਮੀਆਂ ਸਾਥੋਂ ਉਹ ਚੰਗੇ, ਜਿਹੜੇ ਕੱਲ੍ਹ ਜੰਮੇ ਤੇ ਅੱਜ ਗੌਰ ਪੈ ਗਏ। ਜਿਹੜੇ ਕੱਲ੍ਹ ਜੰਮੇ ਤੇ ਅੱਜ ਗੌਰ ਪੈ ਗਏ। ਸਤਿ ਸ਼੍ਰੀ ਅਕਾਲ ਜੀ, ਮੈਂ ਵਰਿੰਦਰ ਔਲਖ ਔਰ GT ਰੋਡ FM ਨੂੰ ਦੇਖ ਸੁਣ ਰਹੇ ਸਾਰੇ ਸਰੋਤਿਆਂ ਦਾ, ਦਰਸ਼ਕਾਂ ਦਾ ਸਵਾਗਤ ਕਰਦਾ। ਦੋਸਤੋ, ਹਰ ਵਾਰ ਅਜਿਹੀਆਂ ਸਟੋਰੀਆਂ ਜਿਹੜੀਆਂ ਤੁਹਾਡੇ ਸਾਹਮਣੇ ਨਹੀਂ ਆਈਆਂ, ਅਜਿਹੇ ਲੋਕਾਂ ਨਾਲ ਮਿਲਾਉਣ ਦੀ ਕੋਸ਼ਿਸ਼ ਕਰੀਦੀ ਹੈ, ਵਿਚਿੱਤਰ ਕਹਾਣੀਆਂ ਲੈ ਕੇ ਤੁਹਾਡੇ ਰੂਬਰੂ ਹੋਈਦਾ ਹੈ। ਅੱਜ ਇੱਕ ਅਜਿਹੇ ਸ਼ਖਸ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਜਿਹੜੇ ਕੈਨੇਡਾ ਦੇ ਵਸਨੀਕ ਨੇ, ਪਰ ਪੰਜਾਬ ਦੇ ਵਿੱਚ ਰਹਿ ਰਹੇ ਨੇ ਪਿਛਲੇ ਲੰਬੇ ਸਮੇਂ ਤੋਂ। 3 ਕਿਤਾਬਾਂ ਲਿਖੀਆਂ ਨੇ ਤੇ ਕਿਤਾਬਾਂ ਵੀ ਅਜਿਹੀਆਂ ਲਿਖੀਆਂ ਨੇ ਜਿਨ੍ਹਾਂ ਨੂੰ ਸੁਣ ਕੇ ਲੋਕ ਹੈਰਾਨ ਰਹਿ ਜਾਣ। ਕਲਪਨਾ ਚਾਵਲਾ ਦੇ ਉੱਪਰ ਉਹਨਾਂ ਨੇ ਕਿਤਾਬ ਲਿਖੀ ਹੈ ਤੇ ਉਸ ਤੋਂ ਬਿਲਕੁਲ ਹਟਵਾਂ ਕੰਟੈਂਟ ਜੇ ਆਪਾਂ ਗੱਲ ਕਰੀਏ ਤਾਂ ਉਹਨਾਂ ਨੇ ਹਜੂਰਾ ਸਿੰਘ ਦੀ ਹੀਰ ਨੂੰ ਸੰਕਲਿਤ ਕੀਤਾ ਹੈ। ਸੰਪਾਦਿਤ ਕਰਕੇ ਉਹਨਾਂ ਨੇ ਹਜੂਰਾ ਸਿੰਘ ਦੀ ਹੀਰ ਤੇ ਬਹੁਤ ਸਾਰੀ ਮਿਹਨਤ ਕਰਕੇ ਇੱਕ ਕਿਤਾਬ ਲੋਕਾਂ ਦੇ ਸਾਹਮਣੇ ਲਿਆਂਦੀ ਸੀ। ਔਰ ਇੱਕ ਉਹਨਾਂ ਦੀ ਹੋਰ ਕਿਤਾਬ ਸੀ ਜੋ ਕਹਾਣੀਆਂ ਦੀ ਕਿਤਾਬ ਸੀ। ਇਹਨਾਂ 3 ਕਿਤਾਬਾਂ ਦੇ ਬਾਰੇ ਗੱਲਬਾਤ ਕਰਾਂਗੇ ਔਰ ਉਹਨਾਂ ਦੇ ਜ਼ਿੰਦਗੀ ਦੇ ਤਜਰਬਿਆਂ ਦੇ ਬਾਰੇ ਗੱਲਬਾਤ ਕਰਾਂਗੇ। ਸੋ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਸਾਡੇ ਨਾਲ ਨੇ ਹਰਵਿੰਦਰ ਚਾਹਲ ਜੀ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆਪਾਂ ਕਿੱਥੋਂ ਤੋਂ ਸਟਾਰਟ ਕਰੀਏ? ਪਹਿਲਾਂ ਤਾਂ ਇਹ ਹੈ ਕਿ ਤੁਹਾਡੀਆਂ ਰਚਨਾਵਾਂ ਬਹੁਤ ਨੇ, ਕਿਤਾਬ ਦੀ ਗੱਲ ਹੈ ਤੇ ਸਭ ਤੋਂ ਪਹਿਲਾਂ ਆਪਾਂ ਉਸ ਕਿਤਾਬ ਦੀ ਗੱਲ ਕਰ ਲੈਂਦੇ ਹਾਂ। ਹਜੂਰਾ ਸਿੰਘ ਦੀ ਹੀਰ ਨੂੰ ਤੁਸੀਂ ਸੰਕਲਿਤ ਕੀਤਾ ਜੀ। ਹਾਂਜੀ। ਔਰ ਉਸ ਦੇ ਵਿੱਚ ਕੀ ਔਕੜਾਂ ਆਈਆਂ ਤੇ ਤੁਹਾਡੇ ਦਿਮਾਗ ਦੇ ਵਿੱਚ ਕਿਸ ਤਰ੍ਹਾਂ ਆਇਆ ਕਿ ਇਸ ਨੂੰ ਸੰਕਲਿਤ ਕੀਤਾ ਜਾਵੇ? ਇਹ ਇਸ ਤਰ੍ਹਾਂ ਆਇਆ ਜੀ, ਸਾਡੇ ਮੇਰੇ ਨਾਨਕੇ ਨੇ ਬੇਰ ਕਲਾਂ, ਇੱਥੋਂ ਸਾਡੇ ਤੋਂ ਨੇੜੇ ਹੀ ਆ 9 ਕਿਲੋਮੀਟਰ ਜੀ। ਉੱਥੇ ਮੇਰਾ ਨਾਨਾ ਨਾਨੀ ਰਹਿੰਦੇ ਸੀ ਦੋਨੋਂ, ਤੇ ਮਾਮਾ ਸਾਡੇ ਹੈ ਨਹੀਂ ਸੀ ਕੋਈ। ਉੱਥੇ ਮੈਂ ਜਾਂਦਾ ਹੀ ਰਹਿੰਦਾ ਸੀ, ਕਾਫੀ ਰਿਹਾ ਮੈਂ ਕਾਫੀ ਜ਼ਿਆਦਾ ਉੱਥੇ ਜੀ। ਫਿਰ ਸਾਡੇ ਨਾਨਾ ਜੀ ਦੀ ਭੈਣ ਸੀ ਇੱਥੇ ਸੀਹਾਂ ਦੌਦ, ਇਹਦੇ 3 ਮੁੰਡੇ ਸੀ, 3 ਵਿੱਚੋਂ 2 ਢੱਡ ਸਾਰੰਗੀ ਨਾਲ ਗਾਉਂਦੇ ਸੀ। ਜਿਹੜੇ ਤੀਜਾ ਗਾਉਂਦੇ ਸੀ ਇਹਨਾਂ ਨਾਲ ਉਹ ਸੀ ਸਾਡੇ ਇੱਥੋਂ ਹੀ ਪਿੰਡ ਦੇ ਸ਼ੇਰ ਸਿੰਘ, ਆ ਸਾਹਮਣੇ ਘਰ ਉਹਨਾਂ ਦਾ। ਇਹ 3 ਹੀ ਜਾਣੇ ਜਾਂਦੇ ਹੁੰਦੇ ਮੇਲਿਆਂ ਤੇ ਆਪਦੇ ਗਾਉਣ, ਢੱਡ ਸਾਰੰਗੀ ਦੇ। ਦਹੂਦ ਬਾਦਸ਼ਾਹ, ਜਾਨੀ ਚੋਰ ਹੋ ਗਿਆ, ਇੱਦਾਂ ਦੇ ਪੁਰਾਣੇ, ਹੀਰ ਰਾਂਝਾ, ਮਿਰਜ਼ਾ, ਪੂਰਨ ਹੋ ਗਿਆ, ਸੱਸੀ, ਸਾਰੇ ਇੱਦਾਂ ਦੇ। ਉਹ ਫਿਰ ਨਾ ਜਦੋਂ ਅਸੀਂ 10ਵੀਂ ਨੂੰ ਤਕਰੀਬਨ ਇਕੱਠੇ ਹੁੰਦੇ ਸੀ। ਇਹ ਜਿਹੜਾ ਸਾਡਾ ਮਾਮਾ ਮਹਿੰਦਰ ਸਿੰਘ ਸੀ ਇਹ ਵੀ ਜਾਂਦਾ ਸੀ ਉੱਥੇ 10ਵੀਂ ਨੂੰ, ਮੈਂ ਵੀ ਜਾਂਦਾ ਹੁੰਦਾ ਸੀ ਇੱਧਰੋਂ। ਫਿਰ ਸ਼ਾਮ ਨੂੰ ਇਹ ਅਸੀਂ ਦੋਨੋਂ ਰਹਿ ਪੈਂਦੇ ਸੀ ਉੱਥੇ ਜੀ। ਫਿਰ ਇਹ ਸਾਰੰਗੀ ਕਈ ਵਾਰ ਲੈ ਜਾਂਦੇ ਸੀ ਨਾਲ ਆਪਣੇ। ਫਿਰ ਸ਼ਾਮ ਨੂੰ ਇਹਨਾਂ ਨੇ ਸਾਰੰਗੀ ਵਜਾਉਣੀ ਆਪਣੀ ਤੇ ਕਲੀਆਂ ਵਗੈਰਾ ਸਾਰਾ ਕੁਝ ਸੁਣਾਉਣਾ, ਅਸੀਂ ਸੁਣੀ, ਮੈਂ ਤੇ ਸਾਡੀ ਨਾਨੀ ਦੋਨਾਂ ਨੇ ਸੁਣਨਾ। ਠੀਕ ਹੈ ਜੀ। ਫਿਰ ਇਹਨਾਂ ਦੇ ਉੱਥੇ ਪਏ ਹੁੰਦੇ ਸੀ, ਪਹਿਲਾਂ ਇਹ ਉੱਥੇ ਹੀ ਰਹਿੰਦੇ ਹੁੰਦੇ ਸੀ। ਇਹਨਾਂ ਦੇ ਚਿੱਠੇ ਨਾ, ਪੁਰਾਣੇ ਜਿਹੜੇ ਚਿੱਠੇ ਹੁੰਦੇ, ਉਹਨਾਂ ਦਾ ਇੱਕ ਬੜਾ ਵੱਡਾ ਝੋਲਾ ਭਰਿਆ ਪਿਆ ਸੀ ਉੱਥੇ। ਹਾਂਜੀ। ਉਹ ਵੀ ਮੈਂ ਪੜ੍ਹੇ ਸਾਰੇ ਜੀ। ਤੇ ਫਿਰ ਇਹ ਜਦੋਂ ਇਹ ਸੁਣਾਉਂਦੇ ਸੀ, ਜਿਹੜੀ ਆ ਹੀਰ ਸੁਣਾਉਂਦੇ ਸੀ ਨਾ, ਹੀਰ ਮੈਨੂੰ ਇਹ ਬਹੁਤ ਵਧੀਆ ਲੱਗਦੀ ਸੀ ਜੀ, ਜਦੋਂ ਗਾ ਕੇ ਸੁਣਾਉਂਦੇ ਸੀ। ਤੇ ਫਿਰ ਮੈਂ ਮੇਲਿਆਂ ਤੇ ਜਾਣ ਲੱਗ ਗਿਆ ਇਹਨਾਂ ਨਾਲ। ਜਦੋਂ ਇਹ ਮੇਲਿਆਂ ਤੇ ਗਾਉਣ ਜਾਂਦੇ ਸੀ, ਛਪਾਰ ਸਾਡੇ ਨੇੜੇ ਆ ਇੱਥੋਂ, ਜਰਗ ਦਾ ਮੇਲਾ, ਹੋਰ ਪਿੰਡਾਂ 'ਚ ਛੋਟੇ ਮੋਟੇ ਮੇਲੇ ਲੱਗਦੇ ਸੀ, ਉੱਥੇ ਇਹ ਗਾਉਂਦੇ ਸੀ। ਫਿਰ ਸਾਰਿਆਂ ਨੂੰ ਸੁਣਨ ਲੱਗ ਗਿਆ ਜਿਹੜੇ ਇੱਦਾਂ ਦੇ ਹੈਗੇ ਸੀ, ਢੱਡ ਸਾਰੰਗੀ ਵਾਲੇ, ਤੂੰਬਿਆਂ ਵਾਲੇ।
ਫਿਰ ਮੈਨੂੰ ਹੁੰਦਾ ਸੀ ਵੀ ਆ ਮੈਂ ਹੀਰ ਜਿਹੜੀ ਮੈਨੂੰ ਬੜੀ ਵਧੀਆ ਲੱਗਦੀ ਸੀ ਹਜੂਰਾ ਸਿੰਘ ਦੀ ਲਿਖੀ। ਹਜੂਰਾ ਸਿੰਘ ਦਾ ਪਿੰਡ ਵੀ ਸਾਡੇ ਨੇੜੇ ਹੀ ਆ ਬਟਾਰੀ ਜੀ। ਤੇ ਮੈਂ ਪਤਾ ਕਰਿਆ ਵੀ ਇਹ ਖਰੀਦ ਕੇ ਲੈ ਕੇ ਆਈਏ ਜੀ। ਫਿਰ ਮੈਂ ਕਿਤਾਬਾਂ ਦੀਆਂ ਜੋ ਦੁਕਾਨਾਂ ਸੀ ਲੁਧਿਆਣੇ ਸੀ, ਲਾਹੌਰ ਬੁੱਕ ਸ਼ਾਪ ਵਗੈਰਾ, ਪਟਿਆਲੇ ਜੋਧ ਸਿੰਘ ਦੀ ਹੱਟੀ ਹੁੰਦੀ ਕਹਿੰਦੇ ਉੱਥੇ ਲਿਟਰੇਚਰ ਦੀਆਂ ਕਿਤਾਬਾਂ, ਫਿਰ ਭਾਸ਼ਾ ਵਿਭਾਗ ਚੋਂ, ਪੰਜਾਬੀ ਯੂਨੀਵਰਸਿਟੀ ਚੋਂ, ਜਿੱਥੋਂ ਵੀ ਪਤਾ ਲੱਗਣਾ ਵੀ ਸ਼ਾਇਦ ਉਹਨਾਂ ਨੇ ਛਾਪੀ ਹੋਵੇ, ਉਹਨਾਂ ਨੇ ਛਾਪੀ, ਪਤਾ ਲੱਗਿਆ ਵੀ ਛਪੀ ਨਹੀਂ ਕਿਤੇ, ਹਜੂਰਾ ਸਿੰਘ ਨੇ ਛਪਵਾਈ ਨਹੀਂ ਜੀ। ਤੇ ਫਿਰ ਕਿਸੇ ਨੇ ਦੱਸਿਆ ਕਿ ਇੱਥੇ ਚੌਂਦਾ ਪਿੰਡ ਆ ਸਾਡੇ ਵੀ, ਇੱਥੇ ਕੋਈ ਪੱਪੀ ਨਾਂ ਦਾ ਮੁੰਡਾ ਸੀ, ਉਹਨੇ ਹਜੂਰਾ ਸਿੰਘ ਦੀ ਹੀਰ ਤੇ PhD ਕੀਤੀ ਆ ਜੀ, ਵੀ ਉਹਨੇ ਜੀ ਉਹਦੇ ਕੋਲ ਨੇ ਇਹ। ਫਿਰ ਉੱਥੇ ਪਤਾ ਅਸੀਂ ਗਏ, ਉੱਥੋਂ ਪਤਾ ਲੱਗਿਆ ਵੀ ਇੱਥੇ ਕੋਈ ਇੱਦਾਂ ਦਾ ਮੁੰਡਾ ਨਹੀਂ ਹੈਗਾ। ਫਿਰ ਕਿਸੇ ਨੇ ਦੱਸਣਾ ਕਿ ਜੱਸੋਵਾਲ ਪਿੰਡ ਦੇ ਵਿੱਚ ਕੋਈ ਟੀਚਰ ਸੀ, ਉਹਦੇ ਕੋਲ ਪਈਆਂ ਨੇ ਕਲੀਆਂ, ਉੱਥੇ ਵੀ ਨਹੀਂ ਕੁਛ ਨਾ ਮਿਲਣਾ। ਇੱਦਾਂ ਕਰਦੇ ਕਰਦੇ ਫਿਰ ਅਸੀਂ ਸੁਣਦੇ ਹੁੰਦੇ ਨਾ ਸਾਡੇ ਲੋਕਾਂ ਤੋਂ, ਆਮ ਸਾਡੇ ਇਲਾਕੇ 'ਚ ਇਹ ਗੱਲ ਸੀ ਕਿ ਜਦੋਂ ਬਜ਼ੁਰਗ ਕੋਈ ਮਰਨ ਕਿਨਾਰੇ ਪਿਆ ਹੁੰਦਾ ਸੀ ਨਾ, ਉਹਨਾਂ ਦੇ ਘਰਦਿਆਂ ਨੇ ਪੁੱਛਣਾ, ਮੁੰਡਿਆਂ ਨੇ ਜਾਂ ਕਿਸੇ ਨੇ ਵੀ, ਕਿ ਬਾਪੂ ਤੇਰੇ ਮਨ 'ਚ ਕੋਈ ਤੇਰੀ ਆਖਰੀ ਇੱਛਾ ਹੋਵੇ, ਹਾਂਜੀ, ਤੇਰੇ ਮਨ 'ਚ ਕੀ ਆ, ਤੂੰ ਕੀ, ਤੈਨੂੰ ਕੋਈ ਤੇਰੇ ਆਖਰੀ ਟਾਈਮ ਤੇ ਕੀ, ਕੋਈ ਲੋਕਾਂ ਨੂੰ ਹੁੰਦਾ ਸੀ ਕਿ ਮਤਲਬ ਇਹਦੇ ਮਨ 'ਚ ਨਾ ਕੋਈ ਚੀਜ਼ ਰਹਿ ਜਾਵੇ ਨਾ ਜਾਣ ਲੱਗੇ ਦੇ। ਹਾਂਜੀ। ਆਮ ਬਜ਼ੁਰਗ ਸਾਡੇ ਇਲਾਕੇ ਦੇ ਕਹਿੰਦੇ ਹੁੰਦੇ ਸੀ ਵੀ ਸਾਨੂੰ ਸਾਡੀ ਆਖਰੀ ਇੱਛਾ ਇਹ ਆ ਵੀ ਸਾਨੂੰ ਹਜੂਰਾ ਸਿੰਘ ਦੀ ਹੀਰ ਸੁਣਾ ਦਿਓ ਜੀ। ਤੇ ਮੈਂ ਸੋਚਿਆ, ਮੈਂ ਕਿਹਾ ਜਿਹੜੀ ਹੀਰ ਹੱਡਾਂ 'ਚ ਰਚੀ ਪਈ ਆ ਲੋਕਾਂ ਦੇ, ਵੀ ਉਹ ਤਾਂ ਖਤਮ ਹੋ ਜੂਗਾ। ਬਜ਼ੁਰਗ ਨੇ ਜਿਹੜੇ ਗਾਉਂਦੇ ਨੇ, ਸੁਣਨ ਵਾਲੇ ਵੀ ਇਹਨਾਂ ਨੂੰ ਬਜ਼ੁਰਗ ਹੀ ਨੇ ਜੀ, ਨਵੀਂ ਪੀੜ੍ਹੀ ਸੁਣਦੀ ਨਹੀਂ ਜੀ। ਵੀ ਜਿਹੜੀ ਆਖਰੀ ਇੱਛਾ ਹੀ ਇਹ ਸੀ ਲੋਕਾਂ ਦੀ, ਫਿਰ ਉਹ ਤਾਂ ਫਿਰ ਇਹਨਾਂ ਦੇ ਨਾਲ ਹੀ ਚਲੀ ਜਾਊਗੀ ਵੀ ਇਹਨੂੰ ਆਪਾਂ ਇਕੱਠੀ ਕਰੀਏ ਜੀ। ਤੇ ਫਿਰ ਮੈਨੂੰ ਇਹ ਵੀ ਉੱਥੋਂ ਹਜੂਰਾ ਸਿੰਘ ਦੇ ਪਿੰਡ 'ਚੋਂ ਹੀ ਪਤਾ ਲੱਗਿਆ ਕਿ ਇੱਕ ਲੱਡੇ ਦਾ ਹੁੰਦਾ ਸੀ, ਢੱਡ ਸਾਰਗੀ ਨੇ ਗਾਉਂਦਾ, ਮੇਰੇ ਨਾਂ ਹੁਣ ਧਿਆਨ 'ਚੋਂ ਨਿਕਲ ਗਿਆ। ਉਹਨਾਂ ਨੇ ਵੀ ਦੱਸਿਆ ਕਿ ਹਜੂਰਾ ਸਿੰਘ ਨੇ ਇਸ ਕਰਕੇ ਨਹੀਂ ਛਪਵਾਈ ਇਹ ਹੀਰ ਕਿ ਉਹਨਾਂ ਟਾਈਮਾਂ ਦੇ ਵਿੱਚ ਉਹ ਕਲੀਆਂ ਨੂੰ ਇਹਨਾਂ ਨੂੰ ਵੇਚਦੇ ਸੀ, ਗਾਉਣ ਵਾਲਿਆਂ ਨੂੰ 5 ਰੁਪਏ। ਉਹ ਤਾਂ ਕਹਿੰਦੇ ਸੀ 5 ਰੁਪਏ ਨੂੰ ਇੱਕ ਕਲੀ ਵਿਕਦੀ ਸੀ ਉਹਨਾਂ ਦੀ। ਠੀਕ ਹੈ ਜੀ। ਸ਼ਾਇਦ ਉਹਨਾਂ ਨੂੰ ਲੱਗਿਆ ਹੋਊ ਵੀ ਜੇ ਮੈਂ ਛਪਵਾ ਦੀ ਫਿਰ ਸਾਰਿਆਂ ਨੇ ਕਿਤਾਬਾਂ ਹੀ ਖਰੀਦ ਲੈਣੀਆਂ, ਫਿਰ ਮੇਰਾ ਜਿਹੜਾ ਵਿਕਦੀ ਆ ਵੀ ਇਹ ਸ਼ਾਇਦ ਨਾ ਵਿਕੇ, ਹੈ ਨਾ। ਉਹ ਰਾਇਲਟੀ ਵਗੈਰਾ ਦਾ ਸ਼ਾਇਦ ਉਹਨਾਂ ਨੂੰ ਨਹੀਂ ਉਦੋਂ ਇੰਨਾ ਧਿਆਨ ਹੋਣਾ ਜਾਂ ਨਹੀਂ ਸੋਚਿਆ ਹੋਣਾ ਉਹਨਾਂ ਨੇ। ਫਿਰ ਚਲੋ ਮੈਂ ਫਿਰ ਇਹ ਗੱਲ ਸੋਚਣ ਤੋਂ ਬਾਅਦ ਫਿਰ ਮੈਂ ਨਾ ਇੱਕ ਲੋਕਾਂ ਕੋਲ ਜਾਣਾ ਸ਼ੁਰੂ ਕੀਤਾ ਵੀ ਜਿਨ੍ਹਾਂ ਨੂੰ ਪਤਾ ਲੱਗਣਾ ਵੀ ਕਿਸੇ ਬਜ਼ੁਰਗ ਨੂੰ ਯਾਦ ਨੇ ਕੁਛ ਕਲੀਆਂ ਕਿਤੋਂ ਮਿਲਦੀਆਂ, ਕਦੇ ਕਿਤੋਂ ਇਹ ਸਾਡੇ ਇਹਨਾਂ ਤੋਂ ਹੀ ਮੈਨੂੰ ਕੁਛ ਕਲੀਆਂ ਤਾਂ ਮਿਲੀਆਂ। ਸਾਡੇ ਸ਼ੇਰ ਸਿੰਘ ਹੁੰਦੇ ਹਾਂਜੀ, ਇਹ ਫਿਰ ਮੈਂ ਹਜੂਰਾ ਸਿੰਘ ਦੇ ਪਿੰਡ ਗਿਆ ਬਟਾਰੀ, ਉੱਥੇ ਮੈਨੂੰ ਬਾਬਾ ਜਾਗਰ ਸਿੰਘ ਮਿਲਿਆ। ਉਹਨੇ ਮੈਨੂੰ ਉਹਦੇ ਯਾਦ ਸੀ ਕੁਛ ਕਲੀਆਂ, ਉਹ ਸੁਣਾਈਆਂ। ਫਿਰ ਉਹਨੇ ਮੈਨੂੰ ਆਪਣੇ ਹੀ ਪਿੰਡ ਦਾ ਇੱਕ ਬਾਬਾ ਬਹਾਦਰ ਸਿੰਘ ਮਿਲਾਇਆ। ਹਾਂਜੀ, ਬਾਬਾ ਬਹਾਦਰ ਸਿੰਘ ਕੋਲ ਇੱਕ ਕਾਪੀ 'ਤੇ ਲਿਖੀਆਂ ਹੋਈਆਂ ਸੀ ਕੁਛ ਕਲੀਆਂ ਜੀ। ਉਹ ਫਿਰ ਮੈਂ ਕੀ ਕਰਦਾ ਸੀ, ਮੈਂ ਟੇਪ ਰਿਕਾਰਡ ਜੀ ਲੈ ਜਾਂਦਾ ਸੀ। ਠੀਕ ਹੈ ਜੀ। ਉਹਨੇ ਜਿੰਨੀਆਂ ਕੁ ਉਹਦੇ ਕੋਲ ਸੀ, ਉਹਦੇ ਕੋਲ ਹੋਣਗੀਆਂ ਸ਼ਾਇਦ ਹੋਣਗੀਆਂ 35-40। ਠੀਕ ਹੈ ਜੀ। ਉਹ ਮੈਨੂੰ ਉਹਨੇ ਲਿਖਵਾਤੀਆਂ ਬੋਲ ਕੇ, ਉਹਦੇ ਵਿੱਚ ਗਾ ਕੇ ਰਿਕਾਰਡ ਕਰ ਲਈਆਂ ਮੈਂ, ਉਹ ਲਿਖੀਆਂ। ਗੱਲਾਂ ਬਾਤਾਂ ਦਾ ਆਪਣਾ ਸਿਲਸਿਲਾ ਅੱਗੇ ਚੱਲਦਾ ਰਹਿਣਾ ਹੈ। ਤੁਹਾਡੇ ਇਸ ਹੋਰ ਸਫ਼ਰ ਬਾਰੇ ਵੀ ਗੱਲਬਾਤ ਕਰਾਂਗੇ। ਪਹਿਲਾਂ ਕੋਈ ਕਲੀ ਜ਼ਰੂਰ ਸੁਣਾ ਦਿਓ ਸਾਡੇ ਦਰਸ਼ਕਾਂ ਨੂੰ। ਹਾਂਜੀ, ਮੈਂ ਕੋਸ਼ਿਸ਼ ਕਰਿਓ ਜੇ ਗਾ ਕੇ ਹੋ ਜੇ ਜੀ। ਗਾਈ ਮੈਂ ਨਹੀਂ ਮੈਂ ਉੱਦਾਂ ਸੁਣਾ ਦਿੰਦਾ। ਹਾਂਜੀ, ਕਹਿੰਦੇ ਤੁਸੀਂ ਗਾ ਵੀ ਵਧੀਆ ਲੈਂਦੇ। ਪਹਿਲਾਂ ਗਾਉਂਦੇ ਸੀ ਅਸੀਂ ਦੂਜੀਆਂ ਜਿਹੜੇ ਵਿਆਹਾਂ ਦੇ ਗੀਤ ਵੀ ਗਾਗੂ ਲੈਂਦੇ ਸੀ। ਹੁਣ ਤਾਂ ਬਹੁਤ ਟਾਈਮ ਹੋ ਗਿਆ। ਚਲੋ ਉੱਦਾਂ ਸੁਣਾ ਦਿੰਦਾ ਮੈਂ ਜੀ। ਦੋ ਤਿੰਨ ਕਲੀਆਂ 'ਚ ਤੁਹਾਨੂੰ ਮੈਂ ਸੁਣਾਉਣਾ। ਇਹ ਨਾ ਜਦੋਂ ਰਾਂਝਾ ਉੱਥੇ ਬਾਗ 'ਚ ਬੈਠਿਆ ਜਾ ਕੇ ਹੀਰ ਦੇ ਪਿੰਡ ਦੇ ਬਾਹਰ, ਜਿੱਥੇ ਵਿਆਹੀ ਸੀ ਉਹ, ਠੀਕ ਹੈ, ਰੰਗਪੁਰ ਖੇੜੇ, ਉੱਥੇ ਫਿਰ ਉਹਨਾਂ ਦੇ ਪਿੰਡ ਦੀਆਂ ਕੁੜੀਆਂ ਪਾਣੀ ਲੈਣ ਜਾਂਦੀਆਂ ਹੁੰਦੀਆਂ ਤੇ ਉਹਦੇ ਕੋਲ ਆ ਕੇ ਬੈਠੀਆਂ ਉਹਦੇ ਨਾਲ ਸਵਾਲ ਜਵਾਬ ਕਰਦੀਆਂ ਨੇ ਉਹ। ਠੀਕ ਹੈ ਜੀ। ਪੁੱਛਦੀਆਂ ਉਹਨੂੰ, ਪਤਾ ਲੱਗਿਆ ਕਿ ਜੋਗੀ ਆਇਆ ਕਿਤੋਂ ਬਾਹਰੋਂ, ਇੱਥੇ ਬੈਠਾ ਬਾਗ 'ਚ ਜੀ। ਉਹਨੂੰ ਕਹਿੰਦੀਆਂ ਨੇ ਕਿ ਬੰਨ ਕੇ ਤੁੰਬਲ ਆਣ ਉਦਾਲੇ ਹੋਈਆਂ ਜੋਗੀ ਦੇ, ਗੱਲਾਂ ਕਰਨ ਸਾਧ ਨਾਲ ਜੋ ਡਾਢੇ ਵਰਤਾਈਆਂ, ਬਾਵਾ ਖੋਲੀ ਪੱਤਰੀ ਲੇਖ ਦੇਖ ਜਾ ਕੁੜੀਆਂ ਦੇ, ਕਦੋਂ ਕੁ ਜਾਵਾਂਗੀਆਂ ਅਸੀਂ ਮੰਗੀਆਂ ਤੇ ਵਿਆਹੀਆਂ ਜੀ। ਉਹਨੂੰ ਇੱਕ ਤਾਂ ਕਹਿੰਦੀ ਭਾਈਆਂ ਪਿੱਟੀ ਝੂਠ ਬੋਲਦੀ ਬਾਵਾ ਜੀ, ਅੱਧੀਆਂ ਮੰਗੀਆਂ ਤੇ ਅਸੀਂ ਅੱਧੀਆਂ ਹਾਂ ਵਿਆਹੀਆਂ ਜੀ। ਇੱਕ ਤਾਂ ਕਹਿੰਦੀ ਬਾਵਾ ਜੀ ਆ ਗਿਆਂ ਵਿੱਚ ਬਾਗ ਦੇ, ਸਾਡੇ ਦੁਖੜੇ ਸਭ ਦੇ ਸੁਣ ਕਮਲ ਉਹਦੇ ਸਾਈਆਂ। ਇੱਕ ਤਾਂ ਕਹਿੰਦੀ ਬਾਵਾ ਵਿਆਹਤੀ ਰੰਗ ਦੇ ਕਾਲੇ ਨੂੰ, ਮੈਂ ਤਾਂ ਕਰੀਆਂ ਬਾਵਿਆ ਖੋਟੀਆਂ ਕਮਾਈਆਂ।
ਜੀ ਇੱਕ ਤਾਂ ਕਹਿੰਦੀ ਵੇ ਮੈਂ ਵਿਆਹਤੀ ਫੀਮਾਂ ਖਾਣਿਆਂ ਦੇ, ਲਿਆ ਕੇ ਫੀਮ ਮੈਤੋਂ ਗੋਲੀਆਂ ਵਟਾਈਆਂ। ਜੀ ਇੱਕ ਤਾਂ ਕਹਿੰਦੀ ਸੀ ਮੈਂ ਵਿਆਹਤੀ ਹੁੱਕਾ ਪੀਣਿਆਂ ਦੇ, ਜੀ ਸਾਰੀ ਰਾਤ ਮੈਥੋਂ ਚਿਲਮਾਂ ਸੀ ਭਰਵਾਈਆਂ। ਇੱਕ ਤਾਂ ਕਹਿੰਦੀ ਵੇ ਮੈਂ ਵਿਆਹਤੀ ਜੂਲੇ ਆਵਾਜ਼ ਦੇ, ਚੱਕ ਕੇ ਟੂਮਾਂ ਗਹਿਣੇ ਵਿੱਚ ਜੂਲੇ ਦੇ ਲਾਈਆਂ। ਜੀ ਇੱਕ ਤਾਂ ਕਹਿੰਦੀ ਵੇ ਮੈਂ ਵਿਆਹਤੀ ਦਾਰੂ ਪੀਣਿਆਂ ਦੇ, ਪੀ ਕੇ ਦਾਰੂ ਗਾਲਾਂ ਕੱਢਦਾ ਵਾਂਗ ਸਦਾਈਆਂ। ਜੀ ਇੱਕ ਤਾਂ ਕਹਿੰਦੀ ਵੇ ਮੈਂ ਵਿਆਹਤੀ ਅਬਲ ਸ਼ਕੀਨ ਨੂੰ, ਵਿਛੀਆਂ ਰਹਿਣ ਬਾਵਿਆ ਲੇਫ ਤੇ ਤਲਾਈਆਂ। ਜੀ ਇੱਕ ਤਾਂ ਕਹਿੰਦੀ ਵੇ ਮੈਂ ਵਿਆਹਤੀ ਕੰਥ ਨਿਆਣੇ ਨੂੰ, ਬੈਠੀ ਰੋਵਾਂ ਸਾਦਾ ਫੜ ਕੇ ਮੰਜੇ ਦੀਆਂ ਬਾਹੀਆਂ। ਇੱਕ ਤਾਂ ਕਹਿੰਦੀ ਬਾਵਾ ਮੇਰੇ ਮੁੰਡਾ ਨਹੀਂ ਹੁੰਦਾ ਵੇ, ਤਿੰਨ ਤਾਂ ਕੁੜੀਆਂ ਬਾਵਿਆ ਮੈਂ ਤਤੜੀ ਨੇ ਜਾਈਆਂ। ਹਾਂਜੀ ਇੱਕ ਤਾਂ ਕਹਿੰਦੀ ਬਾਵਾ ਸੱਸ ਵੇ ਬਹੁਤ ਲੜਾਕੀ ਐ, ਜੀ ਆਥਣ ਸਵੇਰੇ ਕਰਦੀ ਮੇਰੇ ਨਾਲ ਲੜਾਈਆਂ। ਅਗਲੀ ਕਹੇ ਹਜ਼ੂਰਾ ਸਿੰਘਾਂ ਨਾਲੇ ਲੈ ਚੱਲ ਤੂੰ, ਆਪਣੀਆਂ ਜੋੜੀਆਂ ਸ਼੍ਰੀ ਰਾਮ ਨੇ ਬਣਾਈਆਂ। ਕੀ ਬਾਤ। ਫਿਰ ਉਹ ਉਹਨਾਂ ਨੂੰ ਕਹਿੰਦਾ ਰਾਂਝਾ ਕੁੜੀਆਂ ਨੂੰ, ਛੱਡੋ ਖਿਆਲ ਮੇਰਾ ਜਾਓ ਘਰਾਂ ਨੂੰ ਆਪਣੇ, ਤੁਸਾਂ ਨੇ ਲੈਣਾ ਕੀ ਫਕੀਰਾਂ ਨੂੰ ਸਤਾ ਕੇ। ਰੰਗਪੁਰ ਮੁੰਡੇ ਬਥੇਰੇ ਮੇਤੋਂ ਸੋਹਣੇ ਸੋਹਣੇ ਨੇ, ਜੀ ਅਸਾਂ ਤਾਂ ਰੂਪ ਆਪਣਾ ਖੋ ਲਿਆ ਕੰਨ ਪੜਵਾ ਕੇ। ਜੀ ਜਤੀ ਸਤੀ ਜਦ ਚੇਲੇ ਹੋ ਗਏ ਗੋਰਖ ਦੇ, ਦਿਲੋਂ ਤਿਆਗਿਆ ਹੈ ਅਸੀਂ ਔਰਤ ਨੂੰ ਸਹੁੰ ਖਾ ਕੇ। ਜੀ ਨਾਲ ਫਕੀਰਾਂ ਹੱਸ ਕੇ ਹੋਵੇ ਕੌਣ ਫਕੀਰਨੀ, ਜੀ। ਮਾਪਿਆਂ ਸਹੁਰਿਆਂ ਦੀ ਵੱਢ ਲੋਕ ਲਾਜ ਗਵਾ ਕੇ। ਐਵੇਂ ਵਾਧੂ ਹੱਸਣੋਂ ਫਾਇਦਾ ਕੀ ਮਸਟੰਡੀਓ ਨੀ, ਦਿਲ ਦੀ ਖੁਸ਼ੀ ਨਹੀਂ ਹੋਣੀ ਸੰਤਾਂ ਨੂੰ ਸੰਤਾ ਕੇ। ਇਸ ਰੰਗਪੁਰ ਵਿੱਚ ਕੀ ਹਨੇਰ ਗਰਦੀ ਮੱਚ ਗਈ ਹੈ, ਮਾਪੇ ਕਿਉਂ ਨਹੀਂ ਰੱਖਦੇ ਧੀਆਂ ਨੂੰ ਸਮਝਾ ਕੇ। ਕੀ ਬਾਤ। ਮੰਗਤਿਆਂ ਨਾਲ ਫਕੀਰਾਂ ਠੱਠੇ ਕਰਨ ਉੱਠ ਕੁੜੀਆਂ ਜੇ, ਪੂਰੀ ਕੀ ਪਾਉਣੀ ਹੈ ਇਹਨਾਂ ਸਹੁਰੀ ਜਾ ਕੇ। ਬਾਹਰੀ ਖੇੜੀ ਰੰਗਪੁਰ ਚੌਧਰ ਕਿਹਦੀ ਲੱਗਦੀ ਹੈ, ਸਿਆਲੀ ਢੁੱਕਿਆ ਕੌਣ ਸੀ ਇਹ ਦੱਸ ਜੋ ਮਨ ਲਾ ਕੇ। ਮਤਲਬ ਉਹਨਾਂ ਨੂੰ ਪੁੱਛਦਾ ਉਹਦੇ ਹੀਰ ਬਾਰੇ ਜੀ ਕਿ ਕਿਹਨਾਂ ਦੇ ਵਿਆਹ ਕੇ ਆਈ ਆ ਇੱਥੇ। ਜੀ ਬੂਹਾ ਭਾਗਵਾਨ ਦਾ ਮੱਲ ਸਵਾਈਏ ਗੋਦੜੀ, ਮੰਗਣਾ ਕੰਗਲੇ ਤੋਂ ਕੀ ਦੇਊ ਨਾਮ ਖੁਦਾ ਕੇ। ਧੋਖੇ ਨਾਲ ਜੋ ਭੇਤ ਲੈ ਰਿਹਾ ਨਾਥ ਜੀ, ਆਪਣਾ ਆਪ ਹਜ਼ੂਰਾ ਸਿੰਘਾ ਕੁੜੀਆਂ ਤੋਂ ਛੁਪਾ ਕੇ। ਕੀ ਬਾਤ। ਇੱਕ ਫਿਰ ਫੂਲਾਂ ਇਹਦੀ ਹੀਰ ਦੀ ਹੁੰਦੀ ਸਹੇਲੀ ਸੀ ਫੂਲਾਂ, ਅੱਛਾ ਜੀ। ਉਹ ਫਿਰ ਉਹਦੇ ਨਾਲ ਗੱਲ ਕਰਦੀ ਆ। ਅੱਜੂ ਆਪਣੇ ਇਹਦੀ ਸੀ, ਇਹਨਾਂ ਦੇ ਘਰਾਂ ਚੋਂ ਹੀ ਸੀ ਸੈਦੇ ਕੇ। ਜੀ ਚਲੋ ਉਹਨੂੰ ਫਿਰ ਪੁੱਛਦੀ ਆ ਰਾਂਝੇ ਨੂੰ, ਹਾਂਜੀ ਫੂਲਾਂ ਹੱਸ ਮੁਸਕੜੀਆਂ ਮੂਹਰੇ ਵਹਿ ਗਈ ਜੋਗੀ ਦੇ, ਜੀ ਮੈਥੋਂ ਪੁੱਛ ਦੂੰ ਜੋਗੀ ਆ ਜੋ ਪੁੱਛਣਾ ਦਰਕਾਰ ਵੇ। ਜੀ ਮੈਂ ਧੀ ਗੱਜੂ ਦੀ, ਤਾਇਆ ਮੇਰਾ ਅੱਜੂ ਹੈ, ਚੌਧਰ ਉਸੇ 12 ਪਿੰਡਾਂ ਦਾ ਸਰਦਾਰ ਵੇ। ਸਿਆਲੀ ਵਿਆਹ ਕੇ ਲਿਆਇਆ ਉਹੀ ਸੈਦੇ ਪੁੱਤਰ ਨੂੰ, ਜਿਸ ਦਿਨ ਢੁੱਕਿਆ ਦੌਲਤ ਸਿੱਟ ਲਾਈ ਗੁਲਜ਼ਾਰ ਵੇ। ਐਸੀ ਚੰਦਰੀ ਸੈਂਤ ਵਿਆਹ ਬੂਹੇ ਵਿੱਚ ਵਾੜੀ ਹੈ, ਉਸੇ ਦਿਨ ਦੀ ਹੀਰ ਮੰਜੇ ਪਈ ਬਿਮਾਰ ਵੇ। ਕਿਤਨੇ ਵੈਦ ਸਿਆਣੇ ਢੋਏ ਫਾਇਦਾ ਹੋਇਆ ਨਾ, ਖਬਰੇ ਰੋਗ ਭੂਤ ਕੇ ਨਜ਼ਰ ਲੱਗੀ ਟਪਕਾਰ ਵੇ। ਤੁਸੀਂ ਹੋ ਸੰਤ ਸਾਈਂ ਦੇ ਪੁੱਤ ਪ੍ਰਭੂ ਦੇ ਲਾਡਲੇ, ਟੁੱਟੀਆਂ ਗੰਢਦੇ ਹੋ ਰੇਖ ਚ ਮੇਖ ਮਾਰਵੇ। ਮੈਂ ਵੀ ਘਰ ਜਾ ਕੇ ਦੱਸ ਪਾਵਾਂ ਤੇਰੀ ਨਾਥ ਜੀ, ਫਿਰਦਾ ਤੁਰਦਾ ਕਿਵੇਂ ਆਪਣੀ ਨਜ਼ਰ ਤੂੰ ਮਾਰਵੇ। ਜੀ ਤੇਰੇ ਹੱਥੋਂ ਜੇ ਦੁੱਖ ਟੁੱਟ ਜੇ ਮੇਰੀ ਭਾਬੋ ਦਾ, ਸਾਡੇ ਖੇੜਿਆਂ ਵਿੱਚ ਤਾਂ ਇਹੋ ਬਹੂ ਸ਼ਿੰਗਾਰ ਵੇ। ਦੌਲਤ ਮੂੰਹ ਮੰਗ ਵੀ ਲੈ ਪੱਟ ਦੀ ਸਵਾਦਿਆਂ ਗੋਦੜੀ, ਕੁਟੀਆ ਬਾਗ ਚ ਪਵਾ ਲੈ ਬੈਠਾ ਲਈ ਬਹਾਰ ਵੇ। 12 ਖੇੜੇ ਤੇਰੇ ਚਰਨ ਧੋ ਪੀਣਗੇ, ਫਿਰ ਕੇ ਲੈਣਾ ਕੀ ਟਿਕ ਅੱਜੂ ਦੇ ਦਰਬਾਰ ਵੇ। ਅਸੀਂ ਜਾ ਕੇ ਸਾਰਾ ਹਾਲ ਸੁਣਾਈਏ ਹੀਰ ਨੂੰ, ਤੂੰ ਵੀ ਉੱਠ ਕੇ ਹੋ ਜਾ ਗਜੇ ਚੜ੍ਹਨ ਨੂੰ ਤਿਆਰ ਵੇ। ਜੇ ਰੱਬ ਕਰੇ ਸਬੱਬ ਤਾਂ ਪਲ ਵਿੱਚ ਵਰਸੇ ਲਾ ਝੜੀਆਂ, ਫੂਲਾਂ ਕਹੇ ਹਜ਼ੂਰਾ ਸਿੰਘ ਨਾ ਪੈਰ ਪਸਾਰਵੇ। ਸੋ ਆਪਾਂ ਇਸ ਕਿਤਾਬ ਦੇ ਉੱਪਰ ਅੱਗੇ ਵੀ ਗੱਲਾਂ ਕਰਾਂਗੇ, ਪਰ ਸਭ ਪਹਿਲਾਂ ਤੁਸੀਂ ਸਾਨੂੰ ਇੱਕ ਇਹਦੇ ਵਿੱਚੋਂ ਕੜੀ ਜ਼ਰੂਰ ਸੁਣਾ ਦਿਓ, ਜਿਹੜੀ ਤੁਹਾਡੇ ਦਿਲ ਦੇ ਬਹੁਤ ਕਰੀਬ ਹੋਵੇ, ਉਹ ਕੜੀ ਸੁਣਾ ਦਿਓ। ਮੈਂ ਇੱਕ ਸੁਣਾਉਣਾ, ਜਦੋਂ ਇਹ ਫਿਰ ਇਹ ਰਾਂਝਾ ਜੋਗੀ ਬਣ ਕੇ ਬੈਠਾ ਸੀ ਉਹਨਾਂ ਦੇ ਜੀ ਹੀਰ ਦੇ ਸਹੁਰਿਆਂ ਦੇ ਪਿੰਡ ਦੇ ਬਾਹਰ ਬਾਗ 'ਚ, ਜੀ ਫਿਰ ਉਹਦੇ ਕੋਲੋਂ ਉਹਦੇ ਨਾਲ ਗੱਲਾਂ ਬਾਤਾਂ ਕਰਕੇ ਕੁੜੀਆਂ ਜਦੋਂ ਹੀਰ ਕੋਲੇ ਜਾ ਕੇ ਉਹਦੇ ਨਾਲ ਫਿਰ ਦੱਸਦੀਆਂ ਨੇ ਜੋਗੀ ਬਾਰੇ। ਜੀ ਉੱਥੇ ਕਿ ਜੇ ਹੈ ਗੱਲ ਹੀ, ਜੀ ਫੂਲਾਂ ਸਣੇ ਕੁੜੀਆਂ ਸਿਫਤ ਸੁਣਾਉਣ ਜੋਗੀ ਦੀ, ਬਹਿ ਕੇ ਲੱਗੀਆਂ ਹੀਰ ਕੋਲ ਕਰਨ ਵਡਿਆਈਆਂ। ਜੀ ਜੋਗੀ ਦੇਖਿਆ ਭਾਬੋ ਤੇਰੇ ਸਾਡੇ ਹਾਣ ਦਾ, ਅਜੇ ਦਾੜੀ ਜੋਗੀ ਦੇ ਮੁੱਛਾਂ ਨਹੀਂ ਆਈਆਂ। ਕੀ ਬਾਤ ਹੈ। ਉਹ ਤਾਂ ਜੋਗੀ ਭਾਬੋ ਅੰਬ ਦੀ ਛਾਵੇਂ ਬੈਠਾ ਹੈ, ਉਹਦੀਆਂ ਜਾਣ ਨਾ ਤਾਰੀਫਾਂ ਭਾਬੋ ਪਾਈਆਂ। ਸਜਰੇ ਕੰਨ ਪਾਟੇ ਦੇਖੇ ਜੋਗੀ ਦੇ, ਲਹੂ ਨਹੀਂ ਸੁੱਕਿਆ ਮੁੰਦਰਾਂ ਕੱਲ ਪਰਸੋਂ ਦੀਆਂ ਪਾਈਆਂ।
ਪੈਰ 'ਚ ਪਦਮ ਠੋਡੀ ਤਾਰਾ ਮੱਥੇ ਚੰਦਰਮਾ, ਸਿਫਤਾਂ ਸੂਰਤ ਦੀਆਂ ਜਾਣ ਨਾ ਸੁਣਾਈਆਂ। ਕਿਹੜੇ ਦੁੱਖ ਤੋਂ ਜੋਗੀ ਹੋ ਗਿਆ ਮਾਰਿਆ ਠੋਕਰ ਦਾ, ਸ਼ਕਲਾਂ ਸਿਉਨੇ ਜਿਹੀਆਂ ਲਾਪ ਭੂਤ ਗਵਾਈਆਂ। ਕੀ ਬਾਤ ਹੈ। ਨੇਤਰ ਮਿਰਗਾਂ ਵਰਗੇ ਸੋਹਣੇ ਮਸਤ ਦੀਵਾਨੇ ਦੇ, ਰੂਪ ਗਜ਼ਬ ਦਾ ਸ਼ਕਲਾਂ ਡਾਢੇ ਆਪ ਬਣਾਈਆਂ। ਮਾਂ ਸੁਜਾਖੀ ਅੱਖੀਆਂ ਤੋਂ ਕਿਹੜੀ ਵਿਧ ਰਹਿ ਜੂਗੀ, ਕਿਵੇਂ ਹਿਰਦਿਓਂ ਭੁੱਲ ਜੂਗਾ ਭੈਣਾਂ ਤੇ ਭਾਈਆਂ। ਪੁੱਤਰ ਅੱਖੀਆਂ ਦੀਆਂ ਹਨ ਪੱਟੀਆਂ ਭਾਬੋ ਮੇਰੀਏ, ਡੁੱਬ ਕੇ ਮਰਜੂ ਬਾਪੂ ਖੂਹ ਖਾਤੇ ਵਿੱਚ ਖਾਈਆਂ। ਓਏ ਹੋਏ। ਵਹੁਟੀ ਵੀਰਾਂ ਪਿੱਟੀ ਕਿਸਮਤ ਜਿਉਂਦੀ ਰਹਿ ਜੂਗੀ, ਘਰੋਂ ਕੱਢ ਕੇ ਭਾਬੋ ਨੀ ਇਹੋ ਜਿਹੇ ਸਾਈਆਂ। ਪਿੰਡ ਦਾ ਸ਼ਿੰਗਾਰ ਜੋਗੀ ਹੋ ਗਿਆ ਜਿਨ੍ਹਾਂ ਦਾ ਲਾਡਲਾ, ਕਿਉਂ ਨਾ ਚੇਤੇ ਆਊ ਡੁੱਬ ਮਰੀਆਂ ਭਰਜਾਈਆਂ। ਇੱਕ ਜੀ ਕਰਦਾ ਬਾਹੋਂ ਫੜ ਕੇ ਲਿਆਵਾਂ ਜੋਗੀ ਨੂੰ, ਡੁੱਬੀਆਂ ਸ਼ਰਮਾਂ ਮਾਪਿਆਂ ਵੱਲੋਂ ਨਾ ਜਾਣ ਉਠਾਈਆਂ। ਤੇਰੇ ਮੁਖੜੇ ਨਾਲੋਂ ਪੈਰ ਚੰਗੇਰੇ ਜੋਗੀ ਦੇ, ਤੂੰ ਤਾਂ ਕਰਦੀਆਂ ਭਾਬੋ ਰੂਪ ਦੀਆਂ ਵਡਿਆਈਆਂ। ਕੀ ਬਾਤ ਹੈ। ਫੂਲਾਂ ਸਿਫਤਾਂ ਕਰਨਾ ਰੱਜੇ ਸੁਣਾਵੇ ਹੀਰ ਨੂੰ, ਕੁੜੀਆਂ ਸਣੇ ਹਜ਼ੂਰਾ ਸਿੰਘ ਕਰਨ ਵਡਿਆਈਆਂ। ਕੀ ਬਾਤ। ਇਸ ਤਰ੍ਹਾਂ ਜੀ। ਸੀ ਇਹ। ਆਪਾਂ ਇਸ ਕਿਤਾਬ ਦੇ ਉੱਪਰ ਜਿਸ ਤਰ੍ਹਾਂ ਗੱਲ ਕੀਤੀ ਹੈ, ਇੱਕ ਤੁਸੀਂ ਕਲਪਨਾ ਚਾਵਲਾ ਨੂੰ ਲੈ ਕੇ ਵੀ ਕਿਤਾਬ ਲਿਖੀ ਹੈ, ਉਹਨਾਂ ਦੇ ਜੀਵਨ ਦੇ ਉੱਪਰ ਕਿਤਾਬ ਲਿਖੀ ਹੈ। ਕੁਝ ਉਹਨਾਂ ਦੇ ਜੀਵਨ ਦੇ ਜਿਹੜੇ ਕੁਝ ਲੋਕਾਂ ਨੂੰ ਜਿਹੜੀ ਚੀਜ਼ ਦਾ ਪਤਾ ਨਹੀਂ, ਲੋਕਾਂ ਦੇ ਸਾਹਮਣੇ ਨਹੀਂ ਆਈ ਹੈ, ਇੱਕ ਸਟੋਰੀ ਹੈ ਜਿਹੜੀ ਲੋਕਾਂ ਦੀਆਂ ਅੱਖਾਂ ਤੋਂ ਓਹਲੇ ਹੈ, ਤੇ ਉਹ ਕੀ ਸਟੋਰੀ ਹੈ ਉਹਦੇ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਦੱਸੋ। ਤੇ ਇਹ ਕਿਤਾਬ ਬਹੁਤੇ ਦਰਸ਼ਕ ਇਸ ਕਿਤਾਬ ਦੇ ਬਾਰੇ ਨਹੀਂ ਜਾਣਦੇ ਹੋਣਗੇ। ਹਾਂਜੀ। ਜਿੱਥੋਂ ਤੱਕ ਇਹ ਬਹੁਤੇ ਲੋਕਾਂ ਤੱਕ, ਇੱਕ ਤਾਂ ਇਹ ਅੰਗਰੇਜ਼ੀ ਦੇ ਵਿੱਚ ਛਪੀ ਹੈ, ਹਰਵਿੰਦਰ ਜੀ ਨੇ ਲਿਖੀ ਹੈ, ਔਰ ਦੂਸਰੀ ਗੱਲ ਵੈਸੇ ਵੀ ਇਸ ਕਿਤਾਬ ਦੀ ਇੰਨੀ ਪਹੁੰਚ ਨਹੀਂ ਬਣੀ ਹੋਣੀ ਇਸ ਸਟੋਰੀ ਦੀ ਲੋਕਾਂ ਤੱਕ। ਇਹ ਸਟੋਰੀ ਆਪਣੇ ਜਰੀਏ ਜ਼ਰੂਰ ਦੱਸੋ ਜੀ। ਇਹ ਇਸ ਤਰ੍ਹਾਂ ਅਸੀਂ ਪਹੁੰਚੇ ਦੀ ਇਸ ਕਰਕੇ ਵੀ ਨਹੀਂ ਬਣੀ। ਅਸੀਂ ਲਿਖਣ ਦਾ ਮਕਸਦ ਇਹ ਸੀ ਸਾਡਾ, ਜੋ ਸਾਡੇ ਪਿੰਡ ਨਾਲ ਕਲਪਨਾ ਚਾਵਲਾ ਦੇ ਪਰਿਵਾਰ ਦੇ ਜੋ ਰਿਲੇਸ਼ਨ ਨੇ, ਜ਼ਿਆਦਾ ਸਾਡਾ ਉਹਦੇ ਤੇ ਜ਼ੋਰ ਸੀ। ਹਾਂਜੀ। ਇਸ ਤਰ੍ਹਾਂ ਹੋਇਆ, ਇਹਨਾਂ ਦਾ ਪਿੰਡ ਸੀ ਕੀਲੇ, ਪਾਕਿਸਤਾਨ ਦੇ ਵਿੱਚ ਸ਼ੇਖੂਪੁਰੇ ਜ਼ਿਲ੍ਹੇ 'ਚ ਜੀ। ਇਹ ਜਦੋਂ 1947 ਦੇ ਵਿੱਚ ਵੰਡ ਹੋਈ, ਫਿਰ ਇਹ ਉੱਥੋਂ ਬਾਕੀ ਸਾਰੇ ਹਿੰਦੂ ਸਿੱਖ ਵੀ ਜਿਵੇਂ ਆਏ, ਇਹ ਸਾਰਾ ਕੁਝ ਛੱਡ ਕੇ ਇੱਥੇ ਅੰਮ੍ਰਿਤਸਰ ਆਏ ਪਹਿਲਾਂ। ਫਿਰ ਅੰਮ੍ਰਿਤਸਰ ਤੋਂ ਲੁਧਿਆਣੇ ਰਹੇ ਕੁਛ ਟਾਈਮ, ਫਿਰ ਲੁਧਿਆਣਿਓਂ ਅੰਬਾਲੇ, ਕਰਨਾਲ, ਇੱਦਾਂ। ਫਿਰ ਇਹਨੂੰ ਪਤਾ ਲੱਗਿਆ ਵੀ ਦਿੱਲੀ ਜਾ ਰਹੇ ਨੇ ਜ਼ਿਆਦਾ ਰਿਫਿਊਜੀ, ਇਹ ਜਾ ਰਹੇ ਸੀ ਦਿੱਲੀ ਨੂੰ। ਫਿਰ ਰਸਤੇ 'ਚ ਇਹਨਾਂ ਨੂੰ ਕਰਨਾਲ ਰੁਕ ਗਏ। ਇਹਨਾਂ ਨੂੰ ਇੱਕ ਫਿਰ ਮੁਸਲਮਾਨਾਂ ਦਾ ਘਰ ਖਾਲੀ ਘਰ ਮਿਲ ਗਿਆ। ਅੱਛਾ ਜੀ। ਫਿਰ ਇੱਥੇ ਹੀ ਰਹਿ ਪਏ ਇਹ। ਠੀਕ ਹੈ ਜੀ। ਫਿਰ ਇਹਨਾਂ ਦੇ ਜਿਹੜੇ ਸਾਡੇ ਪਿੰਡ ਨਾਲ ਇਹਨਾਂ ਦਾ ਰਿਲੇਸ਼ਨ ਇਸ ਤਰ੍ਹਾਂ ਬਣਿਆ ਬਈ, ਸਾਡੇ ਪਿੰਡ ਦੇ ਸੰਤ ਸੀ, ਸੰਤ ਨਿੱਕਾ ਸਿੰਘ। ਉਹ ਤੁਰ ਕੇ ਜਾਂਦੇ ਹੁੰਦੇ ਸੀ ਜਿੱਥੇ ਵੀ ਜਾਂਦੇ ਸੀ, ਹਰਿਦੁਆਰ, ਰਿਸ਼ੀਕੇਸ਼, ਸਾਰੇ ਤੁਰ ਕੇ ਜਾਂਦੇ। ਉਦੋਂ ਹੈ ਹੀ ਜ਼ਿਆਦਾ ਸਾਧਨ ਸੂਧਨ ਹੈ ਵੀ ਨਹੀਂ ਸੀ। ਤੇ ਇਹ ਫਿਰ ਉਦੋਂ ਸਾਰਿਆਂ ਨੂੰ ਛੋਟੇ ਮੋਟੇ ਹਰ ਤਰ੍ਹਾਂ ਦੇ ਕੰਮ ਕਰਨੇ ਪਏ, ਜਿਹੜੇ ਪਾਕਿਸਤਾਨ ਤੋਂ ਖਾਲੀ ਹੱਥ ਸਾਰੇ ਆਏ ਸੀ। ਇਹ ਇਹਨਾਂ ਨੂੰ ਵੀ ਇੱਦਾਂ ਹੀ। ਫਿਰ 1953 ਦੇ ਵਿੱਚ ਕਲਪਨਾ ਚਾਵਲਾ ਦੇ ਜਿਹੜੇ ਦਾਦਾ ਜੀ ਲੱਭਾ ਮੱਲ, ਹਾਂਜੀ, ਉਹ ਬਿਮਾਰ ਹੋ ਗਏ ਬਹੁਤ ਜ਼ਿਆਦਾ ਜੀ। ਇਹਨਾਂ ਦੇ ਪਰਿਵਾਰ ਨੇ ਇਹਨਾਂ ਨੂੰ ਦਿਖਾਇਆ, ਡਾਕਟਰ ਜੋ ਵੀ ਉਸ ਜ਼ਮਾਨੇ ਦੇ ਵੈਦ ਵਗੈਰਾ ਸੀ ਸਾਰਿਆਂ ਨੂੰ ਦਿਖਾਇਆ, ਉਹ ਠੀਕ ਨਹੀਂ ਆਏ ਕਿਸੇ ਤੋਂ। ਉਹਨਾਂ ਨੇ ਫਿਰ ਕਿਹਾ ਆਪਣਾ ਵੈਦਾਂ ਨੇ ਵੀ ਤੁਸੀਂ ਘਰ ਹੀ ਲੈ ਜਾਓ ਇਹਨਾਂ ਨੂੰ, ਸਾਨੂੰ ਸਮਝ ਨਹੀਂ ਲੱਗਦੀ ਇਹਦੀ ਕੀ ਇਹਨਾਂ ਨੂੰ ਹੈਗਾ ਰੋਗ। ਘਰੇ ਲੈ ਆਏ। ਫਿਰ ਕਿਸੇ ਨੇ ਦੱਸਿਆ ਇਹਨਾਂ ਦੇ ਰਿਸ਼ਤੇ ਹਰਵੰਸ ਲਾਲ ਹੁੰਦੇ ਸੀ ਇੱਕ, ਕਿ ਇੱਥੇ ਇੱਕ ਸੰਤ ਆਏ ਹੋਏ ਨੇ, ਆਪਾਂ ਚਲੋ ਉੱਥੇ ਦਿਖਾ ਲੈਂਦੇ ਹਾਂ ਉਹਨਾਂ ਨੂੰ। ਉਹ ਕਹਿੰਦੇ ਚਲੋ ਠੀਕ ਆ, ਉੱਥੇ ਚਲੇ ਗਏ। ਸੰਤ ਇਹਨਾਂ ਨੂੰ ਕਹਿੰਦੇ ਵੀ ਤੁਹਾਡੇ ਲੱਸੀ ਹੈਗੀ ਘਰੇ ਜੀ? ਇਹ ਕਹਿੰਦੇ ਜੀ ਹੈਗੀ ਆ। ਉਹ ਮੰਗਾ ਲਈ ਉਹਨਾਂ ਨੇ, ਪੀਂਦੇ ਰਹੇ 5-7 ਦਿਨ ਲੱਸੀ ਮੰਗਾ ਕੇ ਪੀਂਦੇ ਰਹੇ। ਇੰਨੀ ਗੱਲ ਨਾ ਪਤਾ ਨਹੀਂ ਹੁਣ ਇਹਦਾ ਕੀ ਰਿਲੇਸ਼ਨ ਹੋ ਕੀ ਹੋਊਗਾ। ਠੀਕ ਹੋਣ ਲੱਗੇ ਜੀ। ਠੀਕ ਹੁੰਦੇ ਠੀਕ ਹੋ ਗਏ ਬਿਲਕੁਲ। ਫਿਰ ਇਹਨਾਂ ਦਾ ਕੰਮ ਇੱਕਦਮ ਚੜ੍ਹਨਾ ਸ਼ੁਰੂ ਹੋ ਗਿਆ। ਫਿਰ ਇਹਨਾਂ ਨੂੰ ਲੱਗਿਆ ਵੀ ਸਾਡੇ ਨਾ ਇਹਨਾਂ ਕਰਕੇ, ਸੰਤਾਂ ਕਰਕੇ ਸਾਡਾ ਹੋ ਰਿਹਾ ਹੈ ਨਾ ਜੋ ਵੀ। ਫਿਰ ਜ਼ਿਆਦਾ ਇਹਨਾਂ ਕੋਲ ਆਉਣ ਲੱਗ ਗਏ ਸੰਤਾਂ ਕੋਲੇ। ਠੀਕ ਹੈ। ਫਿਰ 45 ਸਾਲ ਹੋਰ ਜਿਵੇਂ ਫਿਰ ਉਹ ਇਹਨਾਂ ਦੇ ਦਾਦਾ ਜੀ। ਫਿਰ ਸਾਡੇ ਪਿੰਡ ਸੰਤ, ਇੱਥੇ ਸਾਡੇ ਇੱਕ ਟਿੱਬਾ ਹੁੰਦਾ ਇੱਧਰ ਪਿੰਡ ਤੋਂ ਬਾਹਰ ਬਹੁਤ ਵੱਡਾ, ਉੱਥੇ ਰਹਿੰਦੇ ਹੁੰਦੇ ਸੀ। ਜਦੋਂ ਇੱਥੇ ਆਉਂਦੇ ਸੀ ਨਾ ਫਿਰ ਉੱਥੇ ਹੁੰਦੇ ਸੀ ਉਹ। ਫਿਰ ਇਹ ਵੀ ਆਉਂਦੇ ਸੀ, ਇਹਨਾਂ ਦਾ ਪਰਿਵਾਰ ਸਾਰਾ ਆ ਕੇ ਇੱਥੇ ਰਹਿੰਦਾ ਸੀ। ਫਿਰ ਖਾਣੇ ਲੰਗਰ ਲਾਉਂਦੇ ਸੀ ਇੱਥੇ ਲਿਆ ਕੇ, ਆਪਣੇ ਉੱਥੋਂ ਕਰਨਾਲੋਂ ਬਣਾ ਕੇ ਖਾਣਾ ਵੀ ਉੱਥੋਂ ਹੀ ਬਣਾ ਕੇ ਆਉਂਦਾ ਸੀ, ਲਿਆਉਂਦੇ ਸੀ। ਫਿਰ ਇਵੇਂ ਵੱਧਦਾ ਇਹਨਾਂ ਦਾ ਸੰਤਾਂ ਨਾਲ ਨੇੜਤਾ। ਫਿਰ ਰਹਿੰਦੇ ਵੀ ਇੱਥੇ। ਸ਼ਾਮ ਨੂੰ ਉਹਨਾਂ ਨੇ ਸੰਤਾਂ ਨੇ ਕਹਿਣਾ ਇਹਨਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਵੀ ਤੂੰ ਫਲਾਣੇ ਦੇ ਘਰੇ ਸੌਂ ਜਾ, ਰਾਤ ਨੂੰ ਤੂੰ ਫਲਾਣੇ ਦੇ ਫਲਾਣੇ ਇੱਦਾਂ ਦੇ। ਸਵੇਰੇ ਫਿਰ ਉੱਠ ਕੇ ਚਲੇ ਜਾਂਦੇ ਸੀ ਉੱਥੇ ਜੀ। ਤੇ ਕਲਪਨਾ ਚਾਵਲਾ ਦੇ ਪਰਿਵਾਰ ਬਾਰੇ ਬਹੁਤੇ ਲੋਕਾਂ ਨੂੰ ਪਤਾ ਨਹੀਂ ਹੋਣਾ, ਕਿਉਂਕਿ ਕਲਪਨਾ ਚਾਵਲਾ ਬਾਰੇ ਬਹੁਤ ਲੋਕ ਜਾਣਦੇ ਆ, ਪਰ ਉਹਨਾਂ ਦੇ ਪਰਿਵਾਰ, ਪੇਰੈਂਟਸ ਬਾਰੇ ਜਾਣਦੇ ਨਹੀਂ। ਫਿਲਹਾਲ ਉਹ ਕਿੱਥੇ ਨੇ, ਕਿਹੜੇ ਹਾਲਾਤ 'ਚ ਨੇ, ਔਰ ਉਹਨਾਂ ਦੇ ਨਾਲ ਤੁਹਾਡੀ ਵੀ ਗੱਲਬਾਤ ਹੁੰਦੀ ਰਹਿੰਦੀ ਹੈ, ਉਹਦੇ ਬਾਰੇ ਦੱਸੋ ਜੀ। ਹਾਂਜੀ, ਉਹ
4 ਭਰਾ ਸੀ ਕਲਪਨਾ ਦੇ, ਜਿਹੜੇ ਪਿਤਾ ਜੀ ਹੋਣੀ ਜੀ ਬਨਾਰਸੀ ਲਾਲ ਚਾਵਲਾ ਇਹਨਾਂ ਦੇ ਜਿਹੜੇ ਪਿਤਾ ਜੀ ਸੀ। ਹਾਂਜੀ। ਫਿਰ ਸੁਦਰਸ਼ਨ ਸੀ, ਅਮਰੀਕ ਚਾਵਲਾ, ਸਤੀਸ਼ ਤੇ ਇਹ ਜੀ। ਸੀ ਇਹਨਾਂ ਦੇ ਮਾਤਾ ਜੀ ਸੰਯੋਗਤਾ ਉਹਨਾਂ ਦਾ ਨਾਂ। ਜੀ। ਤੇ ਦਿੱਲੀ ਨੇ ਹੁਣ, ਉਹ ਪਹਿਲਾਂ ਕਰਨਾਲ ਸੀ, ਹੁਣ ਰਹਿੰਦੇ ਸੀ, ਫਿਰ ਦਿੱਲੀ ਸ਼ਿਫਟ ਹੋ ਗਏ। ਇਹ ਜਿਹੜੇ ਇਹਨਾਂ ਦੇ ਦੂਜੇ ਅੰਕਲ ਸੀ ਅਮਰੀਕ ਚਾਵਲਾ, ਉਹ ਬੰਬੇ ਚਲੇ ਗਏ ਸੀ। ਇੱਦਾਂ ਬਾਕੀ ਫੈਮਿਲੀ ਵੀ ਦੂਜੇ ਅੰਕਲ ਇਹਨਾਂ ਦੇ ਦਿੱਲੀ ਨੇ। ਜੀ। ਤੇ ਸਾਡੀ ਹੁੰਦੀ ਰਹਿੰਦੀ ਆ ਗੱਲ ਉਹਨਾਂ ਨਾਲ। ਹਾਂਜੀ, ਆਪਾਂ ਕੋਸ਼ਿਸ਼ ਕਰਾਂਗੇ ਇਸ ਇੰਟਰਵਿਊ ਦੇ ਵਿੱਚ ਵੀ ਦਰਸ਼ਕਾਂ ਨੂੰ ਹਾਂਜੀ। ਉਹਨਾਂ ਦੀ ਗੱਲਬਾਤ ਦਾ ਕੁਝ ਅੰਸ਼ ਸੁਣਾਇਆ ਜਾਵੇ। ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੇ ਨਾਲ ਗੱਲਬਾਤ ਹੋਵੇ। ਸੋ ਅੱਗੇ ਆਪਾਂ ਗੱਲਬਾਤ ਕਰਦੇ ਹਾਂ ਹਜੂਰਾ ਸਿੰਘ ਦੀ ਹੀਰ ਔਰ ਹਜੂਰਾ ਸਿੰਘ ਦੀਆਂ ਜਿਹੜੀਆਂ ਕਲੀਆਂ, ਕਿਉਂਕਿ ਕਲੀਆਂ ਦੇ ਵਿੱਚ ਲਿਖੀ ਆਮ ਕਰਕੇ ਹੀਰ ਹੈ ਜਿਹੜੀ ਉਹ ਸਾਨੂੰ ਬੈਤ ਛੰਦ ਦੇ ਵਿੱਚ ਲਿਖੀ ਮਿਲਦੀ ਹੈ। ਵਾਰਿਸ ਸ਼ਾਹ ਦੀ ਹੀਰ ਹੋਈ, ਦਮੋਦਰ ਦੀ ਹੀਰ ਹੋਈ। ਹਾਂਜੀ ਹਾਂਜੀ। ਤੇ ਹਜੂਰਾ ਸਿੰਘ ਦੀ ਹੀਰ ਵੱਖਰੇ ਤੌਰ ਤੇ ਤਾਂ ਵੱਖਰੀ ਜਾਣੀ ਜਾਂਦੀ ਹੈ ਕਿਉਂਕਿ ਬੈਤ ਛੰਦ ਦੇ ਵਿੱਚ ਲਿਖੀ ਗਈ ਹੈ ਔਰ ਬੈਤ ਛੰਦ ਦੇ ਵਿੱਚ ਬਾਕਮਾਲ ਕਲੀਆਂ ਚ ਲਿਖੀ ਗਈ ਹੈ ਔਰ ਬਾਕਮਾਲ ਉਹਨਾਂ ਦੀ ਲੇਖਣੀ ਸੀ, ਜਿਸ ਦੇ ਕਰਕੇ ਉਹ ਦੂਸਰੀਆਂ ਹੀਰਾਂ ਦੇ ਨਾਲੋਂ ਵੱਖਰੀ ਨਜ਼ਰ ਆਉਂਦੀ ਹੈ। ਪਰ ਇੱਥੇ ਨਾਲ ਹੀ ਇੱਕ ਹੋਰ ਨਾਮ ਜੁੜ ਜਾਂਦਾ ਹੈ, ਦੇਵ ਥਰੀਕੇ। ਬਹੁਤ ਲੋਕਾਂ ਦਾ ਕਹਿਣਾ ਹੈ ਕਿ ਦੇਵ ਥਰੀਕੇ ਨੇ ਹਜੂਰਾ ਸਿੰਘ ਦੀਆਂ ਕਲੀਆਂ ਨੂੰ ਕਾਪੀ ਕੀਤਾ ਹੈ। ਇਹਦੇ ਬਾਰੇ ਕੀ ਕਹੋਗੇ, ਕਿਉਂਕਿ ਤੁਸੀਂ ਉਹ ਕਿਤਾਬ ਸੰਕਲਿਤ ਕੀਤੀ ਹੈ। ਮੈਂ ਸੁਣਿਆ ਕਿ ਉਹਨਾਂ ਦੀਆਂ ਜਿਹੜੀਆਂ ਕੁਛ ਕੁ ਕਲੀਆਂ ਉਹ ਦੇਵ ਥਰੀਕੇ ਉਹ ਮਿਲਦੀਆਂ। ਹਾਂਜੀ ਮਿਲਦੀਆਂ ਜੀ। ਉਹ ਮੈਨੂੰ ਇਦਾਂ ਲੱਗਦਾ, ਇੱਕ ਨਾ ਜਦੋਂ ਮੈਂ ਇਹੀ ਕਲੀਆਂ ਇਕੱਠੀਆਂ ਕਰ ਰਿਹਾ ਸੀ ਜੀ, ਬਾਬਾ ਜਾਗਰ ਜਿਹੜੇ ਬਟਾਰੀ ਦੇ ਹਜੂਰਾ ਸਿੰਘ ਦੇ ਪਿੰਡ ਦੇ ਸੀ, ਉਹਨਾਂ ਨੇ ਮੈਨੂੰ ਬਾਬਾ ਬਹਾਦਰ ਸਿੰਘ ਨੂੰ ਮਿਲਾਇਆ ਜੀ। ਬਾਬਾ ਬਹਾਦਰ ਸਿੰਘ ਨੇ ਮੈਨੂੰ ਦੱਸਿਆ ਕਿ ਮੈਂ ਨਾ ਪਹਿਲਾਂ ਇੱਕ ਚੰਨਣ ਸਿੰਘ ਠੇਕੇਦਾਰ ਸੀ ਥਰੀਕੇ ਪਿੰਡ ਦਾ ਜੀ। ਉਹ ਸੜਕਾਂ ਦੇ ਠੇਕੇ ਲੈਂਦਾ ਹੁੰਦਾ ਸੀ ਲੁਧਿਆਣੇ ਜੀ। ਤੇ ਉਹਦੇ ਨਾਲ ਕੰਮ ਕਰਦੇ ਸੀ ਇਹ ਸੜਕਾਂ ਦੇ ਤੇ ਮਜ਼ਦੂਰੀ ਵਗੈਰਾ ਜੀ। ਤੇ ਇਹ ਕੁਆਟਰ ਲਏ ਹੁੰਦੇ ਸੀ ਉਦੋਂ ਬੱਸਾਂ ਬੁੱਸਾਂ ਤਾਂ ਐਡੀਆਂ ਕੋਈ ਖਾਸ ਹੈ ਨਹੀਂ ਸੀ, ਇਹ ਉੱਥੇ ਹੀ ਰਹਿੰਦੇ ਸੀ ਲੁਧਿਆਣੇ। ਅੱਛਾ, ਫਿਰ ਇਹ ਕਹਿੰਦੇ ਵੀ ਮੈਂ ਨਾ ਉਹ ਕਾਪੀ ਲੈ ਜਾਂਦਾ ਹੁੰਦਾ ਸੀ ਆਪਣੀ ਜੀ। ਫਿਰ ਮੈਂ ਮਤਲਬ ਆਪੇ ਹੀ ਗਾ ਕੇ ਰਾਤ ਨੂੰ ਮਨ ਪਰਚਾਵਾ ਕਰ ਲੈਣਾ, ਮੈਂ ਗਾ ਲੈਣੀ ਆ ਸ਼ਾਮ ਨੂੰ ਦੇ ਇੱਦਾਂ ਗਾਉਂਦਾ ਰਹਿੰਦਾ ਸੀ ਮੈਂ। ਫਿਰ ਕਈ ਵਾਰ ਚੰਨਣ ਸਿੰਘ ਦਾ ਮੁੰਡਾ ਸੀ ਇੱਕ, ਉਹ ਆ ਜਾਂਦਾ ਹੁੰਦਾ ਸੀ ਇਹਨਾਂ ਕੋਲੇ ਜੀ। ਤੇ ਉਹ ਫਿਰ ਉਹ ਵੀ ਸੁਣਨ ਲੱਗ ਜਾਂਦਾ ਸੀ ਇਹਨਾਂ ਨੂੰ। ਠੀਕ ਹੈ ਜੀ। ਇਹ ਕਹਿੰਦੇ ਉਹਨਾਂ ਨੂੰ ਵੀ, ਉਹਨੂੰ ਵੀ ਵਧੀਆ ਲੱਗਦੀਆਂ ਸੀ। ਉਹ ਮੈਨੂੰ ਕਹਿੰਦਾ ਸੀ, ਮੈਂ ਤਾਂ ਸੁਣਦਾ ਰਹਿੰਦਾ ਸੀ ਉਹ ਵੀ ਆ ਕੇ ਜੀ। ਤੇ ਫਿਰ ਜਿਹੜਾ ਚੰਨਣ ਸਿੰਘ ਦਾ ਇਹਨੇ ਮੈਨੂੰ ਬਾਬਾ ਬਹਾਦਰ ਸਿੰਘ ਨੇ ਦੱਸਿਆ ਵੀ ਚੰਨਣ ਸਿੰਘ ਦਾ ਜਿਹੜਾ ਮੁੰਡਾ ਸੀ ਉਹਦਾ ਫਰੈਂਡ ਸੀ ਦੇਵ ਤਰੀਕੇ ਵਾਲਾ। ਅੱਛਾ। ਹਾਂਜੀ। ਉਹ ਫਿਰ ਨਾ ਉਹ ਇੱਕ ਵਾਰ ਇਹਨਾਂ ਦੀ ਕਾਪੀ ਉਦੋਂ ਜ਼ਿਆਦਾ ਲਿਖੀਆਂ ਸੀ ਇਹਨਾਂ ਕੋਲੇ, ਜਦੋਂ ਮੈਨੂੰ ਮਿਲੇ ਨਾ ਫਿਰ ਉਦੋਂ ਥੋੜ੍ਹੀਆਂ ਸੀ ਇਹਨਾਂ ਕੋਲੇ, ਉਦੋਂ ਪਹਿਲਾਂ ਜ਼ਿਆਦਾ ਸੀ ਜੀ। ਤੇ ਉਹ ਲੈ ਗਿਆ ਕਾਪੀ। ਇਹ ਕਹਿੰਦੇ ਵੀ ਉਹ ਇੱਕ ਵਾਰ ਮੇਰੇ ਤੋਂ ਲੈ ਗਿਆ ਮੰਗ ਕੇ ਕਾਪੀ। ਠੀਕ ਹੈ ਜੀ। ਫਿਰ ਉਹਦੇ ਤੋਂ ਇਹ ਬਹਾਦਰ ਸਿੰਘ ਹੋਰਾਂ ਨੇ ਬਹਾਦਰ ਸਿੰਘ ਉਹਨਾਂ ਦੇ ਦੱਸਣ ਦੇ ਮੁਤਾਬਕ ਜੀ, ਉਹ ਚੰਨਣ ਸਿੰਘ ਦਾ ਮੁੰਡਾ ਲੈ ਗਿਆ ਕਾਪੀ। ਫਿਰ ਉਹਦੇ ਮੁੰਡੇ ਤੋਂ ਦੇਵ ਤਰੀਕਿਆਂ ਵਾਲਿਆਂ ਕੋਲੇ ਪਹੁੰਚ ਗਈਆਂ ਕਲੀਆਂ ਉਹ ਜੀ। ਫਿਰ ਇਹਨਾਂ ਦੀ ਕਾਫੀ ਜਿਹੜੀਆਂ ਕੁਲਦੀਪ ਮਾਨਕ ਨੇ ਗਾਈਆਂ, ਫਿਰ ਉਹ ਮਿਲਦੀਆਂ ਜੁਲਦੀਆਂ ਕਾਫੀ ਕੁਛ। ਪਟਕਾ ਇੱਕ ਹਜੂਰਾ ਸਿੰਘ ਨੇ ਜਿਹੜਾ ਇਹਨਾਂ ਨੇ ਵੀ ਲਿਖਿਆ, ਪਟਕਾ ਹਜੂਰਾ ਸਿੰਘ ਜੀ ਨੇ ਜਿਹੜਾ ਲਿਖਿਆ ਹੈ ਪਟਕਾ, ਉਹ ਇੱਕ ਵਾਰ ਸਾਡੇ ਦਰਸ਼ਕਾਂ ਨੂੰ ਉਹ ਮੈਂ ਸੁਣਾਉਣਾ। ਹਾਂਜੀ। ਇਹ ਫਿਰ ਉਦੋਂ ਬਾਅਦ ਦੇਵ ਤਰੀਕਿਆਂ ਵਾਲੇ ਨੇ ਲਿਖਿਆ ਤੇ ਉਹ ਮਿਲਦੇ ਜੁਲਦੇ ਨੇ ਲਗਭਗ। ਹਾਂਜੀ। ਇਹ ਹੈਗਾ ਸਾਈਂ ਸਬੱਬੀ ਪਟਕਾ ਮਿਲ ਗਿਆ ਰਾਂਝੇ ਚਾਕ ਨੂੰ ਜੀ, ਸੋਈ ਹੱਥੀ ਹੀਰੇ ਮੈਂ ਦੇ ਕੇ ਪੜਵਾ ਲਿਆ। ਪਟਕਾ ਬੰਝਲੀਆਂ ਇਹ ਕਿੰਨੀ ਲਹੂਰੀ ਮਿਲਿਆ ਨਹੀਂ, ਰਿੱਧੀ ਸਿੱਧੀ ਵਾਲੇ ਗੋਰਖ ਤੋਂ ਬਖਸ਼ਾ ਲਿਆ ਜੀ। ਸੁਣੀ ਪਦੈਸ਼ ਏਸ ਨੀ ਪਟਕੇ ਦੀ ਭੁੱਲੀਏ ਨੀ, ਕਿੱਥੋਂ ਬਣ ਗਿਆ ਰਾਂਝੇ ਹੀਰ ਨੂੰ ਬਤਾ ਲਿਆ ਜੀ। ਬੀਜ ਨਰਮੇ ਦਾ ਆਕਾਸ਼ੋਂ ਬਖਸ਼ਿਆ ਪ੍ਰਭੂ ਨੇ, ਰਾਜੇ ਇੰਦਰ ਬਾਗ ਸੁਰਗਾਂ ਦੇ ਬਿਜਵਾ ਲਿਆ ਜੀ। ਪਾਣੀ ਆਬੇ ਹਯਾਤ ਬਾਲਾ ਦੇ ਕੇ ਪਾਲ ਲਿਆ, ਜਦੋਂ ਖਿੜਿਆ ਸੱਦ ਕੇ ਪਰੀਆਂ ਤੋਂ ਚੁਗਵਾ ਲਿਆ ਜੀ। ਕਰਾਮਾਤ ਦੀ ਬਣਾ ਕੇ ਝੰਮਣੀ ਝੰਬਿਆ ਨਹੀਂ, ਬਾਬੇ ਵਿਸ਼ਕਰਮਾ ਦੇ ਬੇਲ ਨੇ ਬੁਲਾ ਲਿਆ ਜੀ। ਮਾਈ ਪਾਰਵਤੀ ਨੇ ਵੱਟੀਆਂ ਹੱਥੀਂ ਪੂਣੀਆਂ, ਦਾਦੂ ਭਗਤ ਪਿੰਜੇ ਤੋਂ ਸੱਦ ਕੇ ਭਜਵਾ ਲਿਆ ਜੀ। ਸੂਤ ਕੱਤਿਆ ਕ੍ਰਿਸ਼ਨ ਭਗਵਾਨ ਦੀਆਂ ਗੋਪੀਆਂ, ਲੋਈ ਨਲੀਆਂ ਵੱਟ ਕਬੀਰ ਤੋਂ ਬਣਵਾ ਲਿਆ।
ਧੋ ਕੇ ਸਾਫ਼ ਕੀਤਾ। ਨਾਮਦੇਵ ਭਗਤ ਨੇ ਭੇਟਾ ਰਾਮਾਨੰਦ ਜੋ ਗੁਰੂ ਦੀ ਚੜਾ ਲਿਆ। ਜੀ ਜਦੋਂ ਜਨਮ ਲਿਆ ਰਵਿਦਾਸ ਦੁੱਧ ਨਾ ਚੁੰਘਿਆ, ਪਟਕੇ ਨਾਲ ਦੁੱਧੀਆਂ ਧੋ ਕੇ ਦੁੱਧ ਚੁੰਘਾ ਲਿਆ। ਜੀ ਉੱਥੋਂ ਮਿਲ ਗਿਆ ਪਟਕਾ ਬਾਲਮੀਕ ਰਿਖੀ ਨੂੰ, ਉਹਨੇ ਲਹੂ ਕੁਸ਼ੂ ਹੇਠ ਸੀ ਵਿਛਾ ਲਿਆ। ਮੰਗ ਕੇ ਲੈ ਗਿਆ ਸੀਤਾ ਤੋਂ ਸ਼ਿਵ, ਮੰਗ ਕੇ ਲੈ ਲਿਆ ਸੀਤਾ ਤੋਂ ਸ਼ਿਵ ਭੋਲੇਨਾਥ ਨੇ। ਸ਼ਿਵ ਜੀ ਪਾਸੋਂ ਸਤਿਗੁਰ ਗੋਰਖ ਦੇ ਹੱਥ ਆ ਗਿਆ। ਗੋਰਖ ਚੇਲਾ ਕਰਕੇ ਬਖਸ਼ਿਆ ਰਾਂਝੇ ਚਾਕ ਨੂੰ। ਜੀ ਕਰਾਮਾਤੀ ਪਟਕਾ ਜੋ ਮੰਗਿਆ ਸੋ ਪਾ ਲਿਆ। ਜੀ ਤੂੰ ਕੀ ਜਾਣੇ ਇਸ ਨੀ ਪਟਕੇ ਦੀ ਅਜ਼ਮਤ ਨੂੰ, ਲੀਰੋ ਲੀਰ ਕੀਤਾ ਪਾੜ ਕੇ ਗਵਾ ਲਿਆ। ਕੀ ਬਾਤ ਹੈ ਜੀ। ਬਖਸ਼ ਸਤਿਗੁਰ ਦੀ ਅਮੋਲਕ ਚੀਜ਼ ਵਿਗਾੜ ਕੇ, ਮੇਰੇ ਦੁਖੀ ਦਿਲ ਨੂੰ ਦੂਣਾ ਹੋਰ ਦਿਖਾ ਲਿਆ। ਲੀਰਾਂ ਜੋੜੇ ਨਦੀ ਕਿਨਾਰੇ ਬੈਠ ਕੇ, ਹੀਰ ਬਰਾਵੇ ਰੋਂਦਾ ਵਿਰੇ ਨਾ ਬਹੁਤ ਬਰਾ ਲਿਆ। ਜੀ ਹੁਣ ਤੂੰ ਰੋ ਨਾ ਮੀਆਂ ਬਾਜ਼ਾਰ ਝੇਟਿਆ ਵੰਝਲੀਆਂ, ਯਾਦ ਕਰ ਪੀਰਾਂ ਨੂੰ ਹੀਰ ਨੇ ਅਰਜ ਸੁਣਾ ਲਿਆ। ਜੀ ਪਟਕਾ ਮੈਂ ਕਰਵਾ ਦੂੰ ਸਾਬਤ ਕਰਕੇ ਬੇਨਤੀਆਂ, ਨਾਲੇ ਮੇਲਾ ਕਰਕੇ ਜਿੱਤ ਕੇ ਮਨੋਂ ਭੁਲਾ ਲਿਆ। ਇੰਨਾ ਸੀ ਜੀ। ਔਰ ਇਹ ਵੀ ਇੱਕ ਤਾਂ ਕਲੀ ਦੇ ਵਿੱਚ ਲਿਖਿਆ ਹੋਇਆ ਹੈ, ਜਿਸ ਤਰ੍ਹਾਂ ਕਲੀ ਛੰਦ ਦੇ ਵਿੱਚ ਲਿਖਿਆ ਵਾ, ਤੇ ਬਹੁਤ ਬਾਕੀ ਬਾਕਮਾਲ ਲਿਖਿਆ ਹੋਇਆ। ਇੱਕ ਤਾਂ ਹੁੰਦਾ ਹੈ ਕਿ ਕਈ ਵਾਰ ਆਪਾਂ ਛੰਦ ਬਦਲ ਦਿੰਦੇ ਆ, ਸੇਮ ਉਹੀ ਛੰਦ ਆ ਤੇ ਉਹੀ ਗੱਲ ਆ ਉਹੀ। ਹਾਂਜੀ ਹਾਂ, ਹਾਂਜੀ ਥੋੜਾ ਬਹੁਤਾ ਚਲੋ ਫਰਕ ਹੈ। ਤੇ ਪਹਿਲਾਂ ਤੋਂ ਇਦਾਂ ਚੱਲਦਾ ਵੀ ਆਇਆ ਹੈ ਕਿ ਜਿਸ ਤਰ੍ਹਾਂ ਇੱਕ ਨੇ ਹੀਰ ਲਿਖੀ, ਬਾਅਦ ਚੋਂ ਉਹੀ ਹੀਰ ਹੋਰ ਨੇ ਵੀ ਲਿਖੀ, ਹੋਰ ਲਿਖ ਦਿੰਦੇ ਸੀ। ਇਦਾਂ ਵੀ ਹੋ ਸਕਦਾ ਹੈ। ਤੇ ਪਰ ਬਹੁਤੇ ਲੋਕਾਂ ਦਾ ਇਹ ਕਹਿਣਾ ਹੈ ਕਿ ਕਾਫੀ, ਹਾਂਜੀ ਕਾਫੀ ਕਲੀਆਂ ਚ ਪਰ ਕਿਤੇ ਨਾ ਕਿਤੇ ਇਹ ਵੀ ਹੁੰਦਾ ਹੈ ਕਿ ਦੁਨੀਆ ਦੇ ਵਿੱਚ ਕਿਤੇ ਨਾ ਕਿਤੇ ਚੀਜ਼ ਉਹ ਪਹਿਲਾਂ ਤੋਂ ਪਈ ਹੁੰਦੀ ਹੈ, ਪਈ ਹੁੰਦੀ ਆ। ਪਈ ਹੁੰਦੀ ਆ। ਆਪਾਂ ਵੀ ਕਿਤੋਂ ਨਾ ਕਿਤੋਂ ਗ੍ਰਹਿਣ ਕਰਦੇ ਆ। ਜਦੋਂ ਵੀ ਆਪਾਂ ਸ਼ੁਰੂ ਤੋਂ ਲੈ ਕੇ ਕੋਈ ਵੀ ਬੰਦਾ ਸਿੱਖਦਾ ਹੈ ਤਾਂ ਦੁਨੀਆ ਚੋਂ ਹੀ ਗ੍ਰਹਿਣ ਕਰਦਾ ਹੈ। ਦੁਨੀਆ ਦੇ ਵਿੱਚ ਹੀ ਸਾਰਾ ਕੁਝ ਕੰਟੈਂਟ ਹੁੰਦਾ ਹੈ, ਉਹਨੂੰ ਵੇਖ ਕੇ ਹੀ ਲੋਕ ਅੱਗੇ ਲਿਖਦੇ ਆ। ਤੇ ਕੁਝ ਆਪਣੇ ਦਿਮਾਗ ਦੀ ਕਾਢ ਵੀ ਹੁੰਦੀ ਹੈ, ਪਰ ਹਾਂਜੀ ਇਹ ਸੌਖਾ ਮਿਲ ਜਾਂਦਾ ਹੈ। ਹਾਂਜੀ ਇਹ ਨਾ ਹਜ਼ੂਰਾ ਸਿੰਘ ਤਾਂ ਇਹਨਾਂ ਤੋਂ ਕਾਫੀ ਪਹਿਲਾਂ ਦੇ ਹੋਏ ਨੇ ਜੀ। ਇੱਕ ਬਾਬਾ ਭਾਗ ਮਸੀਹ ਹੁੰਦਾ ਸੀ, ਉਹਨਾਂ ਤੋਂ ਵੀ ਮੈਨੂੰ ਕੁਝ ਕਲੀਆਂ ਮਿਲੀਆਂ ਸੀ, ਉੱਥੋਂ ਦੀ ਬਟਾਰੀ ਦੀ। ਜੀ ਉਹਨਾਂ ਨੇ ਮੈਨੂੰ ਦੱਸਿਆ ਕਿ ਉਦੋਂ ਮੈਂ 20 ਸਾਲ ਦਾ ਸੀ ਜਦ ਹਜ਼ੂਰਾ ਸਿੰਘ ਦੀ ਡੈਥ ਹੋਈ ਆ। ਸੰਨ 2000 ਚ ਮਿਲੇ ਸੀ ਕਿ ਹੁਣ ਮੇਰੀ ਉਮਰ ਆ 80 ਸਾਲ। ਅੱਛਾ ਜੀ। ਤੇ ਇਹਦਾ ਮਤਲਬ 1940 ਦੇ ਨੇੜੇ ਉਹਨਾਂ ਦੀ ਡੈਥ ਦੀ ਏਜ ਬਣਦੀ ਆ। ਬਾਬਾ ਜਿਹੜਾ ਜਾਗਰ ਸਿੰਘ ਸੀ ਉਹਨੇ ਵੀ ਮੈਨੂੰ ਇਹ ਭਾਗ ਮਸੀਹ ਉਹਨਾਂ ਨੇ ਵੀ ਕਿਹਾ ਸੀ ਵੀ ਉਹ ਬਹੁਤ ਜ਼ਿਆਦਾ ਬੁੱਢਾ ਸੀ, 100 ਸਾਲ ਦੇ ਨੇੜੇ ਹੋਣਾ ਹੀ ਆ ਉਹਦੀ ਉਮਰ ਹਜ਼ੂਰਾ ਸਿੰਘ ਦੀ ਉਦੋਂ। ਤੇ ਇਹਨਾਂ ਨੇ ਵੀ ਬਾਬਾ ਜਾਗਰ ਸਿੰਘ ਨੇ ਵੀ ਇਦਾਂ ਹੀ ਕਿਹਾ ਸੀ ਕਿ ਵੀ ਬਹੁਤ ਮਤਲਬ ਝੁਕ ਗਿਆ ਸੀ ਹੇਠਾਂ ਨੂੰ ਸਰੀਰ ਉਹਦਾ, ਵੀ ਉਹ 100 ਸਾਲ ਦੇ ਨੇੜੇ ਮੈਨੂੰ ਲੱਗਦਾ ਹੈਗਾ ਸੀ। ਵੀ ਸਾਡੇ ਹੱਲਿਆਂ ਤੋਂ ਇਹ ਵੀ ਦੱਸਦੇ 5-6 ਸਾਲ ਪਹਿਲਾਂ ਉਹਨਾਂ ਦੀ ਡੈਥ ਹੋਈ ਸੀ, ਜਾਣੀ 1947 ਤੋਂ 40 ਸੰਨ 40-41 ਇੱਥੇ ਇੱਕ ਉਹਨਾਂ ਦੀ ਡੈਥ ਹੋਈ ਸੀ। ਜਾਣੀ ਇਹਦਾ ਇਸ ਹਿਸਾਬ ਨਾਲ ਫਿਰ ਉਹਨਾਂ ਦਾ ਜਨਮ ਹਜ਼ੂਰਾ ਸਿੰਘ ਉਹਨਾਂ ਦਾ ਹੋਇਆ ਹੋਣਾ 1840 41 41 42 ਇਹਨਾਂ ਸਾਲਾਂ 'ਚ। ਜੀ ਜੀ। ਔਰ ਇਸ ਤੋਂ ਬਿਨਾਂ ਆਪਾਂ ਹੁਣ ਗੱਲ ਕਰਦੇ ਹਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਉਹਦੇ ਨਾਲ ਵੀ ਤੁਹਾਡੀਆਂ ਯਾਦਾਂ ਜੁੜੀਆਂ ਹੋਈਆਂ। ਸਤਿੰਦਰ ਸਰਤਾਜ ਬੱਬੂ ਮਾਨ ਦੇ ਨਾਲ ਤੁਸੀਂ ਪੜ੍ਹੇ ਹੋ, ਕੁਛ ਤੁਹਾਡੀਆਂ ਯਾਦਾਂ ਹੋਣ ਅਜਿਹੀਆਂ ਜਿਨ੍ਹਾਂ ਨੂੰ ਤੁਸੀਂ ਯਾਦ ਕਰਦੇ ਹੋਵੋ? ਯਾਦਾਂ ਤਾਂ ਬਸ ਅਸੀਂ ਇਕੱਠੇ ਇੱਕ ਹੋਸਟਲ 'ਚ ਹੁੰਦੇ ਸੀ, 2 ਨੰਬਰ ਹੋਸਟਲ ਜੀ। ਇਹ ਹੈਗੇ ਸੀ ਬੱਬੂ ਹੋਣੀ 328 ਕਮਰਾ ਸੀ ਇਹਨਾਂ ਦਾ, ਦਵਿੰਦਰ ਵਿਰਕ ਇਹ ਰਹਿੰਦੇ ਸੀ ਉੱਥੇ। ਫਿਰ ਮੇਰਾ ਫਰੈਂਡ ਸੀ ਤਰਸੇਮ ਜੀ। ਤਰਸੇਮ 332 'ਚ ਹੁੰਦਾ ਸੀ, ਦਵਿੰਦਰ ਇੱਕ ਹੋਰ ਦੂਜਾ ਹੋਰ ਸੀ ਸਮਾਣੇ ਤੋਂ, ਉਹ 330 'ਚ ਹੁੰਦਾ ਸੀ ਇੱਕ ਜੀ। ਫਿਰ ਬਲਜੀਤ ਸੀ ਮੁੰਡਾ ਸਤਿੰਦਰ ਕੇ ਪਿੰਡ ਦਾ। ਅੱਛਾ ਜੀ। ਉਹ ਸੀ 331 'ਚ। ਸਤਿੰਦਰ ਸਰਤਾਜ ਕੇ ਪਿੰਡ ਦਾ ਜੀ, ਉਹ 331 ਸੀ। ਫਿਰ ਆਇਆ ਸਾਡਾ ਇਕੱਠਾ ਗਰੁੱਪ ਜਿਹਾ ਸੀ। ਫਿਰ ਇਸ ਸਤਿੰਦਰ ਬਾਅਦ 'ਚ ਆਇਆ, 2-3 ਸਾਲ ਬਾਅਦ 'ਚ ਐਡਮਿਸ਼ਨ ਲਈ ਨੇ। ਅੱਛਾ, ਮਤਲਬ ਇਹ ਵੀ ਅਸੀਂ ਸੀਨੀਅਰ ਸੀ? ਹਾਂਜੀ। ਬੱਬੂ ਮਾਨ ਤੁਹਾਡੇ ਤੋਂ ਪਹਿਲਾਂ ਪੜ੍ਹਦੇ ਸੀ? ਇਹ ਮੇਰੇ ਖਿਆਲ ਜਦੋਂ ਮੈਂ ਬੀਐਡ ਮੈਂ ਕਰਦਾ ਸੀ ਉੱਥੇ ਮੈਂ ਰਿਹਾ ਇੱਥੇ ਸੀ ਜੀ। ਉਹ ਮੇਰੇ ਤੋਂ 1 ਸਾਲ ਪਹਿਲਾਂ ਆਇਆ ਹੋਣਾ, ਜਾਂ ਫਿਰ ਬੀਐਡ ਵਾਲੇ ਸਾਲ 'ਚ ਮੇਰੇ ਖਿਆਲ 'ਚ ਉਸ ਸਾਲ ਆਇਆ ਸੀ। ਔਰ ਗਾਉਣ ਵਜਾਉਣ ਦਾ ਕੋਈ ਯਾਦ ਹੋਵੇ? ਉਦੋਂ ਬਸ ਇਹਨਾਂ ਕੋਲ ਹਾਰਮੋਨੀਅਮ ਹੁੰਦਾ ਸੀ ਇਹਦੇ ਕੋਲ ਇੱਕ, ਫਿਰ ਉੱਥੇ ਕੋਈ ਹੋਸਟਲ 'ਚ ਮਾੜਾ ਮੋਟਾ ਰੂਮ 'ਚ ਹੀ ਸੁਣੂ ਦਿੰਦੇ ਸੀ। ਤੁਸੀਂ ਇਹ ਵੀ ਦੱਸਿਆ ਸੀ ਕਿ ਕੁਝ ਲੋਕ ਆ ਜਿਹੜੇ ਕਈਆਂ ਤੇ ਆਸਾਂ ਸੀਗੀਆਂ ਕਿ ਇਹ ਲੋਕ ਬਹੁਤ ਅੱਗੇ ਕਿਹਦੇ ਖੇਤਰ 'ਚ ਜਾਣਗੇ। ਹਾਂ, ਜ਼ਿਆਦਾ ਸੀ। ਜੱਗਾ ਜਗਜੀਤ ਜੱਗਾ, ਮਤਲਬ ਉਹ ਹਰ ਯੂਨੀਵਰਸਿਟੀ ਦੇ ਜਿੰਨੇ ਪ੍ਰੋਗਰਾਮ ਹੁੰਦੇ ਸੀ ਉੱਥੇ ਪਾਰਟੀਸਪੇਟ ਕਰਦੇ ਸੀ ਜੀ। ਬੱਬੂ ਤਾਂ ਨਹੀਂ ਮੈਂ ਕਦੇ ਇੰਨਾ ਪਾਰਟੀਸਪੇਟ ਇਹਨੇ ਕੀਤਾ, ਦੇਖਿਆ ਨਹੀਂ ਮੈਂ। ਅੱਛਾ ਜੀ। ਤੇ ਇਹ ਤਾਂ ਬਾਅਦ 'ਚ ਉਦੋਂ ਕਾਫੀ ਸਾਲ ਬਾਅਦ ਫਿਰ ਇਹ ਇਹਨਾਂ ਦੀ ਆਈ ਜੀ। ਫਿਰ ਸਮੁੰਦਰੀ ਸੀ, ਜਗਮੀਤ ਸਮੁੰਦਰੀ,
ਉਹ ਫਿਰ ਡਾਇਰੈਕਸ਼ਨ ਵੱਲ ਚਲੇ ਗਏ। ਸਮੁੰਦਰੀ ਦਾ ਰੂਮ ਸੀ 333 ਸਾਡੇ ਨਾਲ ਹੀ, ਤੇ ਉਹ ਵੀ ਗਾਉਂਦਾ ਸੀ ਆਪਣੇ ਗਾਣੇ ਵਗੈਰਾ, ਯੂਨੀਵਰਸਿਟੀ ਜੋ ਪ੍ਰੋਗਰਾਮ ਹੁੰਦੇ ਸੀ ਉੱਥੇ ਜੀ। ਇਹਨਾਂ ਸਾਨੂੰ ਇਹ ਲੱਗਦੇ ਸੀ ਵੀ ਇਹ ਸ਼ੁਰੂ ਤੋਂ ਗਾਉਂਦੇ ਆ ਰਹੇ ਸੀ ਜੀ। ਕੈਨੇਡਾ ਨੂੰ ਤੁਸੀਂ ਛੱਡ ਕੇ ਪੰਜਾਬ ਆਏ, ਕਿੰਨੀ ਕੁ ਦਿਲ ਦੇ ਵਿੱਚ ਖਿੱਚ ਸੀ? ਹੁਣ ਕਿੰਨੇ ਸਮੇਂ ਤੋਂ ਪੰਜਾਬ ਰਹਿ ਰਹੇ ਹੋ, ਔਰ ਕੈਨੇਡਾ ਤੁਸੀਂ ਕਿਹੜੇ ਸੰਨ ਦੇ ਵਿੱਚ ਗਏ ਤੇ ਕਿੱਦਾਂ ਦੇ ਤਜਰਬੇ ਤੁਹਾਡੇ ਕੈਨੇਡਾ ਰਹੇ ਤੁਸੀਂ? ਮੈਂ ਕੋਸ਼ਿਸ਼ ਕਰੂੰਗਾ ਕਿ ਆਪਾਂ ਇੱਕ ਸਵਾਲ ਦੇ ਵਿੱਚ ਹੀ ਸਾਰੀਆਂ ਗੱਲਾਂ ਕਵਰ ਕਰ ਲਈਏ ਜੀ। ਹਾਂਜੀ, ਉਹ ਤਾਂ ਮੈਂ ਗਿਆ ਸੀ 2006 'ਚ ਜੀ। 10 ਸਾਲ ਮੈਂ ਰਿਹਾ ਸੀ, 16 'ਚ ਮੈਂ ਇੱਥੇ ਆਇਆ ਸੀ ਜੀ। ਤੇ ਅਸੀਂ ਇੱਥੇ ਵੀ ਕੰਮ ਕਾਰ ਕਰਦੇ ਰਹਿੰਦੇ ਸੀ, ਪਿੰਡ ਵੀ ਆਸੇ ਪਿੰਡ ਦੇ ਨਾਲ ਤੁਹਾਡਾ ਬਹੁਤ ਲਗਾਵ ਆ, ਉੱਚੀ ਦੌਦ ਦੇ ਇਹ ਕਲਪਨਾ ਚਾਵਲਾ ਦੀ ਜਿਹੜੇ ਪਿੰਡ ਦੇ ਨਾਲ, ਇਹਨਾਂ ਦੇ ਨਾਂ ਤੇ ਫਿਰ ਅਸੀਂ ਖੇਡਾਂ ਕਰਵਾਉਣੀਆਂ ਸ਼ੁਰੂ ਕੀਤੀਆਂ ਸੀ। ਅੱਛਾ। ਕਲਪਨਾ ਦੇ ਨਾਂ ਤੇ, ਹਾਂਜੀ ਜੀ। ਸਟੇਡੀਅਮ ਵੀ ਬਣਾਇਆ ਸੀ, ਕਲਪਨਾ ਚਾਵਲਾ ਮੈਮੋਰੀਅਲ ਸਟੇਡੀਅਮ ਜੀ ਪਿੰਡ 'ਚ। ਫਿਰ ਜਿਮ ਬਣਾਇਆ। ਫਿਰ ਅਸੀਂ ਸਾਡੇ ਸਾਰੇ ਪਿੰਡ ਦੀਆਂ ਜਿੰਨੀਆਂ ਸੜਕਾਂ ਸੀ ਦੋਨੋਂ ਪਾਸੇ ਜੰਗਲੇ ਬਣਾ ਕੇ ਬੂਟੇ ਲਾਏ ਇੱਦਾਂ ਦੇ। ਠੀਕ ਹੈ ਜੀ। ਕਾਫੀ ਮਤਲਬ ਫਾਈਕਸ ਦੇ ਵਿੱਚ ਵੀ ਕਿੰਨੀਆਂ ਸਾਰੀਆਂ ਵੈਰਾਈਟੀਆਂ ਨੇ, ਹੈ ਨਾ ਜੀ। ਔਰਨਾਮੈਂਟਲ ਜਿਹੜੇ ਟ੍ਰਿਮ ਹੋ ਜਾਂਦੇ ਨੇ ਕੱਟ ਕੇ ਜੀ, ਉਹ ਲਾਏ। ਫਿਰ ਲੋਕ ਬਹੁਤ ਸਮਾਂ ਪਹਿਲਾਂ ਦੀ ਗੱਲ ਹੈ ਇਹ, 2000 ਦੇ ਨੇੜੇ ਤੇੜੇ, ਬਸ 2000 ਦੇ ਨੇੜੇ ਤੇੜੇ। ਹੁਣ ਤਾਂ ਤਕਰੀਬਨ ਲੱਗੀ ਜਾਂਦੇ ਆ ਪਿੰਡਾਂ ਦੇ ਵਿੱਚ ਸਰਕਾਰ। ਉਹਦੇ ਤੋਂ ਬਾਅਦ ਫਿਰ ਜ਼ਿਆਦਾ ਪਿੰਡਾਂ 'ਚ ਲੱਗਣੇ ਸ਼ੁਰੂ ਹੋਏ। ਅੱਛਾ। ਪਹਿਲਾਂ ਸਭ ਤੋਂ ਤਕਰੀਬਨ ਸਾਡੇ ਇਲਾਕੇ 'ਚ ਤਾਂ ਅਸੀਂ ਲਾਏ ਸੀ। ਅੱਛਾ ਜੀ। ਫਿਰ ਅਸੀਂ ਲੋਕਾਂ ਦੇ ਘਰਾਂ ਦੇ ਵਿੱਚ, ਸ਼ਾਇਦ ਕੋਈ ਘਰ ਰਿਹਾ ਜਿਹਦੇ ਘਰੇ ਜਗ੍ਹਾ ਨਹੀਂ ਸੀ ਉਹੀ ਰਿਹਾ ਹੋਣਾ। ਅੱਛਾ ਜੀ। ਫਲਾਂ ਵਾਲੇ, ਜਿਹੜਾ ਕਹਿੰਦਾ ਸੀ ਸਾਡੇ ਫਲਾਂ ਵਾਲੇ ਲਾ ਦਿਓ, ਜਿਹਨੂੰ ਕੋਈ ਛਾਂ ਵਾਲੇ, ਕੋਈ ਫੁੱਲਾਂ ਵਾਲੇ, ਔਰਨਾਮੈਂਟਲ ਕੋਈ ਉਸ ਤਰ੍ਹਾਂ ਦੇ ਲਾਏ ਜੀ। ਫਿਰ ਅਸੀਂ ਲਾਇਬ੍ਰੇਰੀ ਬਣਾਈ ਸੀ ਪਿੰਡ ਸਾਡੇ। ਫਿਰ ਇੱਕ ਸਾਡੇ ਅੱਗੇ ਗੰਦਾ ਪਾਣੀ ਪਿੰਡ ਦਾ, ਉਹਦੇ 'ਚ ਹੀ ਪੈਂਦਾ ਸੀ ਟੋਭਾ ਜਿਹੜਾ, ਉੱਥੇ ਡੰਗਰ ਨਹਾਉਂਦੇ ਸੀ ਲੋਕ। ਫਿਰ ਉਹ ਅਸੀਂ ਅਲੱਗ ਪੱਟਿਆ ਪਿੰਡ ਤੋਂ ਬਾਹਰਲੇ ਪਾਸੇ, ਉੱਧਰ ਗੰਦਾ ਪਾਣੀ ਕੱਢਿਆ। ਗਰਾਊਂਡ ਤਿਆਰ ਕਰਕੇ ਫਿਰ ਅਸੀਂ ਖੇਡਾਂ ਕਰਾਉਣੀਆਂ ਸ਼ੁਰੂ ਕੀਤੀਆਂ। ਫਿਰ ਅਸੀਂ ਇੱਕ ਖੰਭਿਆਂ ਉੱਤੇ ਰੰਗ ਕਰਕੇ ਨਾ ਪਲੇਟਾਂ ਲਾ ਕੇ, ਇੱਕ ਖੰਭੇ ਨੂੰ 2 ਕਲੰਪ ਜਿਹਾ ਬਣਾ ਕੇ ਕੱਟ ਕੇ, ਉਹਦੇ ਤੇ ਗੁਰਬਾਣੀ ਦੀਆਂ ਤੁਕਾਂ ਹੋ ਗਈਆਂ, ਸ਼ਾਇਰੀ ਪੰਜਾਬੀ ਦੀ ਜਾਂ ਇੰਗਲਿਸ਼ ਦੀਆਂ ਕੁਝ ਕੋਟੇਸ਼ਨਾਂ ਜਿਹੜੀਆਂ ਵਧੀਆ ਹੈ ਨਾ, ਮੋਟੀਵੇਸ਼ਨਲ ਚੀਜ਼ਾਂ, ਉਹ ਲਿਖ ਕੇ ਲਾਈਆਂ। ਤੇ ਇਸ ਤਰ੍ਹਾਂ ਦੇ ਅਸੀਂ ਕੁਛ ਨਾ ਕੁਛ ਫਿਰ ਬੱਚਿਆਂ ਨਾਲ ਜੁੜੇ ਰਹੇ ਹੋ, ਪਿੰਡ ਦੇ ਨਾਲ ਲਗਾਅ ਸੀ। ਆਮ ਕਰਕੇ ਲੋਕ ਦਾ ਕੋਈ ਵੀ ਆਮ ਕਰਕੇ ਇੱਥੇ ਨਿੱਜੀ ਸਵਾਰਥ ਲੋਕਾਂ ਦਾ ਬਹੁਤ ਹੁਣ ਨਿੱਜਵਾਦ ਜ਼ਿਆਦਾ। ਫਿਰ ਅਸੀਂ ਹੋਰ ਪਿੰਡਾਂ 'ਚ ਵੀ ਦਰਖਤ ਲਗਵਾਏ ਸੀ ਜੀ। ਅੱਜ ਕੱਲ ਦੇ ਲੋਕਾਂ ਤੇ ਜਿਹੜਾ ਕਰਕੇ ਨਾ ਆਮ ਕਰਕੇ ਨਿੱਜਵਾਦ ਜ਼ਿਆਦਾ ਭਾਰੀ ਹੋ ਗਿਆ। ਲੋਕ ਘਰ ਬਾਰੇ ਬਹੁਤ ਜ਼ਿਆਦਾ ਸੋਚਦੇ ਆ, ਸਮਾਜ ਬਾਰੇ, ਪਿੰਡਾਂ ਬਾਰੇ ਇਹ ਚੀਜ਼ਾਂ ਬਹੁਤ ਘਟ ਗਈਆਂ। ਤੇ ਤੁਸੀਂ ਆਪਣੇ ਤਜਰਬੇ 'ਚੋਂ ਹੁਣ ਤੱਕ ਦਾ ਜੇ ਆਪਾਂ ਕਹੀਏ ਤਾਂ ਕੀ ਸਿੱਟਾ ਕੱਢਿਆ ਜੀ? ਕਰਨਾ ਚਾਹੀਦਾ ਹੈਗਾ। ਇੱਕ ਮੈਨੂੰ ਤਾਂ ਇਹ ਲੱਗਦਾ ਹੁੰਦਾ, ਫਿਰ ਸਕੂਲ ਦੇ ਵਿੱਚ ਨਾ ਸਿਲੇਬਸ ਦਾ ਇਹਨੂੰ ਸ਼ਾਇਦ ਹਿੱਸਾ ਬਣਾਉਣਾ ਚਾਹੀਦਾ। ਇੱਕ ਮੋਰੈਲਿਟੀ ਹੋ ਗਈ ਤੇ ਆਹ এনवायरमेंट ਹੋ ਗਿਆ ਜੀ, ਇਹਨੂੰ ਦੀ ਸੰਭਾਲ ਕਰਨ ਬਾਰੇ ਲੋਕਾਂ ਨਾਲ ਲਗਾਓ ਬਣਿਆ ਰਹੇ, ਬੱਚਿਆਂ ਦੇ ਵਿੱਚ ਹੀ ਇਦਾਂ ਦੀ ਭਾਵਨਾ ਪੈਦਾ ਹੋਵੇ ਜੀ। ਤੇ ਅੱਜ ਕੱਲ ਜ਼ਿਆਦਾ ਫਿਰ ਮਟੀਰੀਅਲ ਉਧਰ ਨੂੰ ਜੋ ਜ਼ਿਆਦਾ ਪਦਾਰਥਵਾਦੀ ਲੋਕਾਂ ਦਾ ਝੁਕਾਅ ਜ਼ਿਆਦਾ ਹੋ ਗਿਆ ਜੀ। ਫਿਰ ਜੇ ਤੁਸੀਂ ਜ਼ਿਆਦਾ ਇੱਧਰ ਨੂੰ ਸੋਚਦੇ ਹੋ ਨਾ, ਫਿਰ ਤੁਹਾਨੂੰ ਲੱਗਣ ਲੱਗ ਜਾਂਦਾ ਸਾਰੀ ਦੁਨੀਆ ਨਾ ਆਪਦੇ ਭੈਣ ਭਾਈ ਜੀ ਲੱਗਣ ਲੱਗ ਜਾਂਦੀ ਆ। ਕੋਈ ਵੈਰੀ ਨਾ, ਬਗਾਨਾ ਨਾ ਵੈਰੀ ਨਾ ਕੁਛ, ਸਾਰੇ ਇੱਕੋ ਜਿਹੇ ਲੱਗਦੇ ਨੇ ਨਾ। ਐਵੇਂ ਹੀ ਪਸ਼ੂ ਪੰਛੀ ਉਹ ਵੀ ਪਰਿਵਾਰ ਦੇ ਮੈਂਬਰ ਜੀ ਲੱਗਦੇ ਨੇ, ਹੈ ਨਾ। ਵੀ ਆ ਦਰਖਤ ਵੀ ਇਹ ਵੀ ਸਾਡਾ ਹੀ ਕੋਈ, ਮੇਰਾ ਹੀ ਕੋਈ ਇਹਨਾਂ ਨਾਲ ਰਿਸ਼ਤਾ, ਬਿਲਕੁਲ ਵੀ ਇਹ ਵੀ ਕੋਈ ਸਾਡਾ ਹੀ ਨੇ, ਆਪਣੇ ਹੀ ਨੇ ਕੋਈ ਜੀ। ਇਸ ਤਰ੍ਹਾਂ ਦਾ ਮਨ ਜਿਹਾ ਫਿਰ ਬਣ ਜਾਂਦਾ। ਫਿਰ ਇੱਧਰ ਨੂੰ ਵੀ ਵਿਦੇਸ਼ ਤੋਂ ਤੁਸੀਂ ਛੱਡ ਕੇ ਕਿੰਨੇ ਸਾਲ ਤੁਸੀਂ ਦੱਸਿਆ ਹੁਣ ਇੱਥੇ ਤੁਹਾਨੂੰ ਰਹਿੰਦੇ? ਮੈਨੂੰ ਹੋ ਗਏ 4 ਸਾਲ। 4 ਸਾਲ ਹੋ ਗਏ। ਮਤਲਬ ਇੱਥੇ ਇੱਕ ਵਾਰ ਪਹਿਲਾਂ ਆਏ ਸੀਗੇ 2002 ਦੇ ਵਿੱਚ, ਜਿਹੜਾ 2000 ਦੇ ਵਿੱਚ? ਨਹੀਂ, ਉਦੋਂ ਤਾਂ ਮੈਂ ਆਉਂਦਾ ਜਾਂਦਾ ਤਾਂ ਰਹਿੰਦਾ ਹੀ ਸੀ ਪਹਿਲਾਂ ਵੀ। ਉਦੋਂ ਤੁਸੀਂ ਆਉਂਦੇ ਜਾਂਦੇ ਸੀ, ਹੁਣ ਤੁਸੀਂ 4 ਸਾਲ ਤੋਂ? ਹੁਣ ਮੈਂ 4 ਸਾਲ ਤੋਂ ਇੱਥੇ। ਅੱਛਾ, ਠੀਕ ਹੈ ਜੀ। ਮਤਲਬ ਪਿੰਡ ਦੇ ਨਾਲ ਬਹੁਤ ਜ਼ਿਆਦਾ ਲਗਾਵ ਕੁਛ ਇਦਾਂ ਦਾ ਬਣ ਗਿਆ ਕਿ ਪਿਛਲੇ 4 ਸਾਲ ਤੋਂ ਤੁਸੀਂ ਜਾਣ ਦਾ ਨਹੀਂ ਸੋਚਿਆ, ਉੱਥੋਂ ਦੇ ਸਿਟੀਜ਼ਨ ਹੋ ਤੁਸੀਂ? ਹਾਂਜੀ ਜੀ। ਅਖੀਰ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਕੋਈ ਸੁਨੇਹਾ ਹੋਵੇ ਤੁਹਾਡਾ ਜੀ? ਸੁਨੇਹਾ ਤਾਂ ਇਹੀ ਹੈ, ਇੱਕ ਤਾਂ ਆਪਣੇ ਕਲਚਰ ਨਾਲ, ਆਪਣੀ ਧਰਤੀ ਨਾਲ, ਜੜ੍ਹਾਂ ਨਾਲ, ਆਪਣੀ ਬੋਲੀ, ਪੁਰਾਣੇ ਜੋ ਗਾਉਣ ਵਜਾਉਣ, ਸਾਰੇ ਰਸਮ ਰਿਵਾਜ ਸਾਡੇ ਬਹੁਤ ਕੁਛ ਵਧੀਆ। ਠੀਕ ਆ, ਕੁਛ ਨਾ ਕੁਛ ਵਿੱਚ ਕੁਛ ਕੁਰੀਤੀਆਂ ਵੀ ਸੀ, ਪਰ ਸਾਡਾ ਬਹੁਤ ਕੁਛ ਵਧੀਆ ਸੀ। ਅਸੀਂ ਧਰਤੀ ਨਾਲ, ਨੇਚਰ ਨਾਲ ਜੁੜਿਆ ਹੋਇਆ ਸਾਡਾ ਹੈਗਾ ਸੀ, ਸਾਰਾ ਕੁਛ ਕੁਦਰਤੀ ਸੀ ਜੀ। ਉਹਦੇ ਨਾਲ ਜੁੜਨਾ ਚਾਹੀਦਾ ਜੀ। ਦੂਜਿਆਂ ਮਗਰ ਅਸੀਂ ਲੱਗ ਗਏ ਜਿਨ੍ਹਾਂ ਦਾ
ਸਾਨੂੰ ਸਾਡੇ ਲੋਕਾਂ ਨੂੰ ਸ਼ਾਇਦ ਇਦਾਂ ਹੀ ਲੱਗਦਾ ਸੀ ਵੀ ਇਹ ਸ਼ਾਇਦ ਸਾਡੇ ਨਾਲੋਂ ਵਧੀਆ ਹੈ ਨਾ, ਹਾਂਜੀ ਪਰ ਵਧੀਆ ਨਹੀਂ ਸੀ ਉਹ। ਸਾਡਾ ਵਧੀਆ ਸੀ, ਬਾਹਲੀਆਂ ਚੀਜ਼ਾਂ ਠੀਕ ਸੀ ਸਾਡੀਆਂ, ਵਧੀਆ ਪੱਛਮੀ ਸੀ। ਸੱਭਿਆਚਾਰ, ਪੱਛਮੀ ਸੱਭਿਆਚਾਰ ਉਹਦੇ ਵਿੱਚ ਵੀ ਚੀਜ਼ਾਂ ਚੰਗੀਆਂ ਹੈਗੀਆਂ ਨੇ, ਹਾਂ ਮਤਲਬ ਉਹੀ ਹੁੰਦਾ। ਪਰ ਅਸੀਂ ਇਹ ਸਮਝ ਰਹੇ ਨਾ ਵੀ ਸਾਰਾ ਕੁਝ ਹੀ ਚੰਗਾ ਉਹ 'ਚ, ਸਾਡਾ ਸਾਰਾ ਹੀ। ਜੀ ਤੁਹਾਡਾ ਧਰਾਤਲ ਆ ਜਿਹੜਾ ਤੁਹਾਡਾ ਹਾਂਜੀ। ਕਿੱਦਾਂ ਦਾ এনवायरमेंट ਆ ਤੁਹਾਡਾ, ਉਹ ਵੀ ਉਸ ਚੀਜ਼ ਹਾਂਜੀ, ਤੇ ਵੀ ਹਾਂਜੀ। ਨਿਰਭਰ ਕਰਦਾ ਹੈ ਕਿ ਤੁਸੀਂ ਸ਼ੁਰੂ ਤੋਂ ਕਿੱਦਾਂ ਦੇ এনवायरमेंट ਦੇ ਵਿੱਚ ਕਿੱਦਾਂ ਹਾਂਜੀ ਰਹਿੰਦੇ ਹੋ। ਜੀ। ਔਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਨੂੰ ਸਮਾਂ ਦੇਣ ਦੇ ਵਾਸਤੇ। Thank ਔਰ you। ਜੀਟੀ ਰੋਡ FM ਨੂੰ ਦੇਖ ਸੁਣ ਰਹੇ ਸਾਰੇ ਦੋਸਤਾਂ ਨੂੰ ਅਖੀਰ ਦੇ ਵਿੱਚ ਉਹੀ ਕਹੂੰਗਾ ਕਿ ਜਿਨ੍ਹਾਂ ਦੋਸਤਾਂ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਉਹ ਸਬਸਕ੍ਰਾਈਬ ਕਰ ਲਿਓ। ਔਰ ਤੁਸੀਂ ਸਾਨੂੰ ਫੇਸਬੁੱਕ ਦੇ ਉੱਪਰ ਵੀ ਫੋਲੋ ਕਰ ਸਕਦੇ ਹੋ, ਪਲੇ ਸਟੋਰ ਤੋਂ ਸਾਡੀ ਐਪਲੀਕੇਸ਼ਨ ਜੀਟੀ ਰੋਡ FM ਦੀ ਡਾਊਨਲੋਡ ਕਰ ਸਕਦੇ ਹੋ, ਡਾਊਨਲੋਡ ਕਰਕੇ ਸਾਡੇ ਪ੍ਰੋਗਰਾਮਾਂ ਦਾ ਆਨੰਦ ਮਾਣ ਸਕਦੇ ਹੋ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਇਸੇ ਤਰ੍ਹਾਂ ਸੁਣਦੇ ਰਹੋ ਜੀਟੀ ਰੋਡ FM। ਸਤਿ ਸ਼੍ਰੀ ਅਕਾਲ। ਆਕਾਸ਼ਵਾਣੀ ਚੰਡੀਗੜ੍ਹ। ਹੁਸਨ ਵਿੱਚ ਇੱਕ ਉਸਤਾਦ ਦਾਦੂ ਹਾਂ ਵੀ ਆਜਾ ਆਜਾ। ਆ ਕੀ ਕਰੀ ਜਾਂਦੇ ਹੋ ਤੁਸੀਂ? ਯਾਰ ਚੱਲਦੇ ਹੀ ਨਹੀਂ ਅੱਜ। ਇਹਨੂੰ ਕੀ ਹੋਇਆ ਦਾਦੂ? ਇਹਨੂੰ ਛੱਡੋ ਤੁਸੀਂ। ਆ ਲੋ ਜੀਟੀ ਰੋਡ FM ਨਵੀਂ ਐਪ ਆਈ ਹੈ। ਇੱਕ ਵਾਰੀ ਐਪ ਤੇ ਕਲਿੱਕ ਕਰੋ, ਸਾਰਾ ਦਿਨ ਨਵੇਂ ਗਾਣੇ ਨਾਲ ਤਾਜ਼ੀਆਂ ਪੰਜਾਬੀ ਖਬਰਾਂ। ਬਈ ਕੀ ਬਾਤ। ਬਸ ਜੀ ਤੁਸੀਂ ਇੱਕ ਵਾਰੀ ਕਲਿੱਕ ਕਰਨਾ ਹੈ। ਹੁਣ ਦਾਦੂ ਇਹ ਦੱਸੋ ਮੈਨੂੰ ਨਵਾਂ ਫੋਨ ਦਵਾਓਗੇ ਕਿ ਨਹੀਂ? ਦਵਾਵਾਂਗੇ ਤੈਨੂੰ ਵੀ ਦਵਾਵਾਂਗੇ, ਪਰ ਆ ਮੇਰੇ ਕੋਲੇ ਰੋ। The original, the only one. GTRoad.fm